ਹੋ ਗਿਆ ਜੀ। ਅਨੂ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜੀ ਸਰ ਤੁਹਾਡਾ? ਬਿਲਕੁਲ ਚੜ੍ਹਦੀ ਕਲਾ, ਚੜ੍ਹਦੀ ਕਲਾ। So we are live on EcoSick Facebook page with our audience ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਮੈਂ ਤੁਹਾਡੀ ਪਹਿਲਾਂ ਇੰਟਰੋਡਕਸ਼ਨ ਦੇ ਦਿਆਂ ਜੀ ਸਰੋਤਿਆਂ ਨੂੰ ਸਾਰਿਆਂ ਨੂੰ। ਸਰਦਾਰ ਕਾਹਨ ਸਿੰਘ ਪੰਨੂ ਜੀ ਜਿਹੜੇ ਕਿ PAU ਤੋਂ ਜਿਨ੍ਹਾਂ ਨੇ ਐਂਟੋਮੋਲੋਜੀ ਦੀ ਜਿਹੜੀ MSc ਕੀਤੀ ਤੇ ਉਸ ਤੋਂ ਬਾਅਦ 1990 ਦੇ ਵਿੱਚ ਇਹਨਾਂ ਨੇ ਸਿਵਲ ਸਰਵਿਸਿਜ਼ ਜੁਆਇਨ ਕੀਤੀਆਂ ਐਂਡ having diverse responsibility within the government of Punjab, he is presently holding many chairs as Secretary of Department of Agriculture and Farmer Welfare. He is also Commissioner in Food and Drug Administration and Mission Director of Government of Punjab's flagship mission, Tandurust Punjab. ਤੇ ਇਹਨਾਂ ਦੀਆਂ ਜਿਹੜੀਆਂ ਕੋਰ ਰਿਸਪੌਂਸਿਬਿਲਿਟੀਜ਼ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ he is Director of the newly created Department of Environment and Climate Change. He is also State Nodal Officer for stopping paddy straw burning. He has served as Chairman of Punjab Pollution Control Board in 2011 and 2018. ਤੇ ਪੰਜਾਬ ਵਿੱਚ ਇਹ ਪਹਿਲੇ ਹੀ ਸਨ IAS officer ਜਿਨ੍ਹਾਂ ਨੇ ਕਦੇ ਅੱਜ ਤੱਕ ਪਲਾਸਟਿਕ ਨੂੰ ਬੈਨ ਕੀਤਾ। ਤੇ he also have I would state that PPCB also involves in all regulation of pollution abatement laws in the state. He is well known all across the state and India for his path-breaking interventions and in bringing ground-level changes and empowerment of youth, local communities, besides ensuring protection and promotion of environment and nature. So, बहुत ही ਜਿਹੜੇ ਉਦਮੀ ਸਾਡੇ ਜਿਹੜੇ IAS officers ਨੇ ਉਹਨਾਂ ਚੋਂ ਇੱਕ ਨੇ ਜਿਨ੍ਹਾਂ ਤੇ ਮੈਂ ਬਹੁਤ ਮਾਣ ਕਰਦਾ ਸਰਦਾਰ ਕਾਹਨ ਸਿੰਘ ਪੰਨੂ ਜੀ ਕਿ ਇਹਨਾਂ ਨੂੰ ਅਸੀਂ ਅਣਥੱਕ ਮਿਹਨਤ ਕਰਦਿਆਂ ਹੋਇਆਂ ਦੇਖਿਆ ਹੁਣ ਤੱਕ। ਛੁੱਟੀ ਵਾਲੇ ਦਿਨ ਵੀ ਸਰ ਨੂੰ ਅਸੀਂ ਆਫਿਸ 'ਚ ਬੈਠਿਆਂ ਦੇਖਿਆ ਤੇ ਕਈ ਵਾਰੀ ਜਦੋਂ 6 ਵਜੇ ਟਾਈਮ ਵੀ ਲੰਘ ਜਾਂਦਾ ਉਸ ਤੋਂ ਬਾਅਦ ਵੀ ਇਹ ਤੇ ਇਹਨਾਂ ਦੇ ਆਫਿਸਰ ਸਾਰੇ ਅਣਥੱਕ ਮਿਹਨਤ ਕਰਦੇ ਹੋਏ ਜਿਹੜੇ ਗਵਰਨਮੈਂਟ ਆਫਿਸਿਸ ਵਿੱਚ ਨਜ਼ਰ ਆਉਂਦੇ ਨੇ ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਸਾਨੂੰ ਤਬਦੀਲੀਆਂ ਨਜ਼ਰ ਆਉਂਦੀਆਂ ਉਹ ਇਹੋ ਜਿਹੇ ਆਫਿਸਰਸ ਕਰਕੇ ਨਜ਼ਰ ਆਉਂਦੀਆਂ। ਸੋ ਪੰਨੂ ਸਰ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਸਵਾਗਤ। ਧੰਨਵਾਦ ਜੀ ਤੁਹਾਡਾ, ਬਹੁਤ ਸ਼ੁਕਰੀਆ। ਤੁਸੀਂ ਬਹੁਤ ਵਧੀਆ ਸ਼ਬਦ ਬੋਲੇ। ਜੋ ਪ੍ਰਮਾਤਮਾ ਬੰਦੇ ਦੀ ਜ਼ਿੰਮੇਵਾਰੀ ਸੌਂਪਦਾ ਹੈ ਉਹ ਪ੍ਰਮਾਤਮਾ ਆਪਣੇ ਆਪ ਹੀ ਪੂਰੀ ਕਰਾਉਂਦਾ ਹੈ। ਤੋ ਤੁਹਾਡਾ ਵੀ ਸ਼ੁਕਰੀਆ, ਪ੍ਰਮਾਤਮਾ ਦਾ ਵੀ ਸ਼ੁਕਰੀਆ ਕਿ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਤੇ ਬੈਠਣ ਵਾਸਤੇ ਕਿਹਾ ਤੇ ਕੰਮ ਕਰਨ ਦਾ ਹੌਸਲਾ ਤੇ ਬਲ ਬਖਸ਼ਿਆ। ਤੇ ਕੋਸ਼ਿਸ਼ ਇਹੀ ਹੈ ਕਿ ਜਿੰਨਾ ਆਪਾਂ ਵੱਧ ਤੋਂ ਵੱਧ ਲੋਕਾਂ ਪ੍ਰਤੀ, এনवायरमेंट ਪ੍ਰਤੀ ਕੰਮ ਕਰ ਸਕਦੇ ਆਪਾਂ ਕਰੀਏ। ਸੋ ਧੰਨਵਾਦ ਇੱਕ ਵਾਰੀ ਫਿਰ ਤੁਹਾਡਾ। ਤੋ ਸਰ ਜਿੱਦਾਂ ਅਸੀਂ ਸਾਰੇ ਹੁਣ ਲਾਈਵ ਜੁੜ ਬੈਠੇ ਹਾਂ ਤੇ ਕਾਫੀ ਸਰੋਤੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਫੇਸਬੁੱਕ ਤੇ ਇਸ ਟਾਈਮ ਮੈਂ ਦੇਖ ਪਾ ਰਿਹਾ ਨਾਲ ਦੂਸਰੇ ਸੈਟਅਪ ਤੇ ਅਸੀਂ ਕੁਐਸਚਨਾਂ ਦੀ ਜਿਹੜੀ ਅੱਜ ਦੀ ਲੜੀ ਹੈ ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਅਸੀਂ ਸਾਰੇ ਤੁਹਾਡੇ ਕੋਲੋਂ ਬਹੁਤ ਉਤਸੁਕ ਆ ਜਾਣਨ ਬਾਰੇ ਕਿ ਪੰਜਾਬ ਦੇ ਜਿਹੜਾ ਮਾਹੌਲ ਹੈ, ਪੰਜਾਬ ਦਾ ਵਾਤਾਵਰਣ ਦਾ ਮਾਹੌਲ ਹੈ, ਉਹਦੇ ਵਾਸਤੇ ਸਰਕਾਰ ਬਹੁਤ ਕੁਝ ਬੇਇੰਤਹਾ ਮਿਹਨਤ ਕਰਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਮੀਡੀਆ ਕਰਕੇ ਜਾਂ ਲੋਕਾਂ ਦੇ ਕੋਲ ਹੋਰ ਮੀਡੀਆ ਦੀ ਇਨਫੋਰਮੇਸ਼ਨ ਹੀ ਅੱਜ ਕੱਲ੍ਹ ਇੰਨੀ ਫਲੱਡ ਹੋ ਰਹੀ ਹੈ ਸੋ ਲੋਕ ਇਸ ਤੋਂ ਜਾਣੂ ਹੋਣ ਤੋਂ ਰਹਿ ਜਾਂਦੇ ਨੇ। ਅਸੀਂ ਇੰਨਾ ਕੁਝ ਕਰਕੇ ਵੀ ਸਰਕਾਰ ਜਿਹੜਾ ਦੱਸ ਨਹੀਂ ਪਾਉਂਦੀ ਤੇ ਲੋਕ ਮੇਰਾ ਖਿਆਲ ਤਾਰੀਫ ਹੀ ਨਹੀਂ ਕਰ ਪਾਉਂਦੇ ਉਸ ਗੱਲ ਦੀ। ਜੋ ਕੁਝ ਸਾਨੂੰ ਪਤਾ ਮੇਰਾ ਖਿਆਲ ਸਾਰੀ ਦੁਨੀਆ ਨੂੰ ਪਤਾ ਹੋਵੇ ਤੇ ਹੋਰ ਚੰਗਾ ਹੋ ਜਾਵੇ। ਤਾਂ ਮੈਂ ਤੁਹਾਨੂੰ ਇੱਕ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜਾ ਮਿਸ਼ਨ ਤੰਦਰੁਸਤ ਪੰਜਾਬ ਹੈ ਜੀ ਜਿਹਦੇ ਤੁਸੀਂ ਹੈਡ ਕਰਦੇ ਹੋ ਉਹਦੀ ਵਿਜ਼ਨ ਕੀ ਹੈ, ਉਹਦੀ ਵਿਜ਼ਨ ਕੀ ਹੈ ਤੇ ਉਹਦੀਆਂ ਜਿਹੜੀਆਂ ਅਚੀਵਮੈਂਟਸ ਨੇ ਉਹ ਕੀ ਨੇ? ਦੇਖੋ ਜਿਸ ਤਰ੍ਹਾਂ ਹੈ ਕਿ ਸਰਕਾਰ ਦੇ ਅਲੱਗ-ਅਲੱਗ ਡਿਪਾਰਟਮੈਂਟ ਅਲੱਗ-ਅਲੱਗ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਜਿਹੜਾ ਇੱਕ ਹਿਊਮਨ ਬੀਇੰਗ ਨੂੰ ਫੋਕਸ ਦੇ ਵਿੱਚ ਰੱਖ ਕੇ, ਤੰਦਰੁਸਤੀ ਉਹਦੀ ਫੋਕਸ ਰੱਖ ਕੇ, ਉਹਦੀ ਹੈਲਥ, ਉਹਦੀ ਵੈਲਬੀਇੰਗ ਫੋਕਸ ਰੱਖ ਕੇ ਕੋਈ ਕੰਮ ਕਰਨ ਵਾਲੇ ਪਾਸੇ ਨੂੰ ਕੰਮ ਨਹੀਂ ਸੀ ਹੋਇਆ। ਸੋ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਸੋਚਿਆ ਕਿ ਆਪਾਂ ਹਿਊਮਨ ਬੀਇੰਗ ਨੂੰ ਤੇ এনवायरमेंट ਨੂੰ ਫੋਕਸ ਰੱਖ ਕੇ ਆਪਾਂ ਇਹ ਕੰਮ ਕਰੀਏ ਤੇ ਉਹਦੇ 'ਚ ਤੰਦਰੁਸਤ ਮਿਸ਼ਨ ਬਣਾਇਆ ਗਿਆ। ਇਹਦੇ 'ਚ 3 ਚੀਜ਼ਾਂ ਮੇਜਰ ਰੱਖੀਆਂ ਗਈਆਂ। ਨੰਬਰ 1 ਇਹਦੇ 'ਚ ਇਹ ਹੋਇਆ ਕਿ ਸਭ ਤੋਂ ਪਹਿਲਾਂ ਸਾਫ਼ ਹਵਾ ਲੋਕਾਂ ਨੂੰ ਮਿਲਣੀ ਚਾਹੀਦੀ ਹੈ, ਸਾਫ਼ ਪਾਣੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਸਾਫ਼ এনवायरमेंट ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਸਾਫ਼ ਫੂਡ ਮਿਲਣਾ ਚਾਹੀਦਾ ਹੈ ਤੇ ਇਹ ਸਾਰਾ ਕੁਝ ਇਸ ਤਰ੍ਹਾਂ ਦੇ ਮਾਹੌਲ 'ਚ ਮਿਲਣਾ ਚਾਹੀਦਾ ਜਿਹੜਾ ਕਿ ਇੱਕ ਕ੍ਰੀਏਟਿਵ ਮਾਹੌਲ ਹੋਵੇ। ਸੋ ਇਹਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਇੱਕ ਮਿਸ਼ਨ ਜਿਹੜਾ ਸੀਗਾ ਅੱਜ ਤੋਂ 2 ਸਾਲ ਪਹਿਲਾਂ ਚਲਾਇਆ ਗਿਆ। 2018 ਦੇ ਵਿੱਚ CM ਸਾਹਿਬ ਨੇ ਇਹਦਾ ਉਦਘਾਟਨ ਕੀਤਾ। ਬੜੇ ਹੀ ਮੋਹਤਵਰ ਬੰਦੇ ਇਹਦੇ ਵਿੱਚ ਸ਼ਾਮਲ ਹੋਏ ਤੇ ਇਸ ਮਿਸ਼ਨ ਨੇ 2 ਸਾਲਾਂ ਦੇ ਵਿੱਚ ਇਹਨਾਂ ਆਬਜੈਕਟਿਵਸ ਨੂੰ ਪੂਰਾ ਕਰਨ ਵਾਸਤੇ
ਜਿਹੜੇ ਗਵਰਨਮੈਂਟ ਦੇ ਡਿਪਾਰਟਮੈਂਟ ਅਲੱਗ-ਅਲੱਗ ਕੰਮ ਕਰ ਰਹੇ ਸੀ, ਚਾਹੇ ਫੋਰੈਸਟ ਡਿਪਾਰਟਮੈਂਟ ਸੀ, ਪਲਾਂਟੇਸ਼ਨ ਦੀ ਗੱਲ ਕਰਦਾ ਸੀ, ਚਾਹੇ ਉਹ ਸਾਡਾ ਡੇਅਰੀ ਡਿਵੈਲਪਮੈਂਟ ਡਿਪਾਰਟਮੈਂਟ ਹੈ, ਚਾਹੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਹੈ, ਚਾਹੇ ਪੋਲਿਊਸ਼ਨ ਬੋਰਡ ਹੈ, এনवायरमेंट। ਸੋ ਜਿੰਨੇ ਵੀ ਡਿਪਾਰਟਮੈਂਟ ਸੀਗੇ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਫੋਕਸ ਦੇ ਵਿੱਚ ਰੱਖ ਕੇ ਕੰਮ ਕਰਨਾ ਸ਼ੁਰੂ ਕੀਤਾ, ਜਿਹਦੇ ਕਿ ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਸਾਡੇ ਸਾਹਮਣੇ ਆਏ। ਮੈਂ ਤੁਹਾਨੂੰ ਇੱਕ ਰਿਜ਼ਲਟ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਸਾਡੇ ਕੋਲੇ 12,500 ਦੇ ਕਰੀਬ ਛੱਪੜ ਨੇ ਪਿੰਡਾਂ 'ਚ, ਤੇ ਉਹਨਾਂ ਛੱਪੜਾਂ ਨੂੰ ਜਿਹੜੇ ਕਿ ਕਿਸੇ ਜ਼ਮਾਨੇ 'ਚ ਸਿਵਲਾਈਜੇਸ਼ਨ ਦਾ ਧੁਰਾ ਹੁੰਦੇ ਸੀ, ਪਿੰਡ ਜਿਹੜਾ ਸੀਗਾ ਬੰਨਿਆ ਜਾਂਦਾ ਉਹ ਛੱਪੜ ਦੇ ਆਸੇ-ਪਾਸੇ ਬੰਨਿਆ ਜਾਂਦਾ ਸੀ, ਸ਼ਾਦੀ ਤੋਂ ਲੈ ਕੇ ਬਾਕੀ ਸਾਰੇ ਉਸ ਕੰਮ ਛੱਪੜਾਂ ਦੇ ਕੰਢਿਆਂ 'ਚ ਹੁੰਦੇ ਸੀ। ਤੇ ਉਹ ਪਿਛਲੇ 20-25 ਸਾਲਾਂ 'ਚ ਇੱਕ ਫਿਲਡ ਦੇ ਇੱਕ ਪਿੱਟ ਬਣ ਗਏ ਨੇ ਇਸ ਤਰ੍ਹਾਂ ਦੇ ਕਿ ਉਹ ਉੱਥੇ ਛੜਿਆਂਦ ਮਾਰਦੀ ਹੈ, ਬਹੁਤ ਖਰਾਬ ਹੋ ਗਏ ਨੇ। ਸੋ ਇਸ ਮਿਸ਼ਨ ਦੇ ਵਿੱਚ ਅਸੀਂ ਉਹਨੂੰ ਲਿਆ। ਪਿਛਲੇ ਸਾਲ ਅਸੀਂ ਇਹਨਾਂ 12,500 ਜਿਹੜੇ ਛੱਪੜ ਨੇ ਉਹਨਾਂ ਨੂੰ ਡੀ ਵਾਟਰਿੰਗ ਤੇ ਡੀਸਿਲਟਿੰਗ ਦਾ ਕੰਮ ਸ਼ੁਰੂ ਕੀਤਾ। ਉਹਦੇ ਚੋਂ ਅੱਧ-ਪਚੱਧ ਕੰਮ ਨਿਬੜ ਸਕਿਆ, ਬਰਸਾਤ ਆ ਗਈ। ਪਰ ਐਤਕੀ ਅਸੀਂ ਕੋਵਿਡ ਹੁੰਦੇ ਹੋਏ ਵੀ, ਜਦੋਂ ਪੂਰਾ ਕਰੋਨਾ ਦਾ ਦੌਰ ਸੀ, ਅਸੀਂ ਉਹਨਾਂ ਦੇ ਉੱਤੇ ਕੰਮ ਸ਼ੁਰੂ ਕੀਤਾ। ਕੰਮ ਸ਼ੁਰੂ ਕਰਕੇ ਅੱਜ ਉਹਨਾਂ 12,500 ਛੱਪੜਾਂ ਚੋਂ ਅਸੀਂ 11,500 ਛੱਪੜਾਂ ਦੀ ਡੀ ਵਾਟਰਿੰਗ ਕਰ ਬੈਠੇ ਹਾਂ, ਤੇ 6,000 ਛੱਪੜਾਂ ਦੀ ਡੀਸਿਲਟਿੰਗ ਸ਼ੁਰੂ ਹੈ। ਤੇ 31 ਜੂਨ ਤੱਕ 30 ਜੂਨ ਤੱਕ ਅਸੀਂ ਸਾਰੇ ਦੇ ਸਾਰੇ ਇਹਨਾਂ ਛੱਪੜਾਂ ਨੂੰ ਬਿਲਕੁਲ ਸਾਫ਼ ਕਰ ਦਿਆਂਗੇ। ਪੂਰਾ ਮਹਿਕਮਾ ਇਸ ਕੰਮ ਦੇ ਵਿੱਚ ਲੱਗਿਆ ਹੋਇਆ, ਤੇ ਨਾਲ ਦੀ ਨਾਲ ਸਾਡੀ ਜਿਹੜੀ ਨਰੇਗਾ ਦੀ ਲੇਬਰ ਹੈ, ਜਿਹੜੀ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ, ਉਹਨਾਂ ਦੀ ਹੈਲਥ, ਉਹਨਾਂ ਦੇ ਸਾਰੇ ਕੁਝ ਦੇਖਦੇ ਹੋਏ 400-500 ਕਰੋੜ ਰੁਪਈਆ ਇਹਨਾਂ 2 ਮਹੀਨਿਆਂ ਦੇ ਵਿੱਚ ਛੱਪੜਾਂ ਨੂੰ ਸਾਫ਼ ਕਰਦੇ ਹੋਏ ਉਹਨਾਂ ਦੀ ਜੇਬਾਂ 'ਚ ਪਏਗਾ, ਤੇ ਉਹ ਆਪਣੀ ਜਿਹੜੀ ਹੈ ਆਪਣੀ ਵੈਲਬੀਇੰਗ ਤੇ ਹੋਰ ਉਧਰਲੇ ਪਾਸੇ ਦੇਖਣਗੇ। ਸੋ ਇਹ ਇੱਕ ਕੰਮ ਹੈ ਜਿਹੜਾ ਇਸ ਦੇ ਵਿੱਚ ਮੈਂ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਉਹਦੀ ਗੱਲ ਦੱਸੀ ਜੀ। ਤੇ ਇਸ ਤੋਂ ਇਲਾਵਾ ਵੀ ਤੁਸੀਂ ਸਰ ਕੁਝ ਐਡ ਕਰਨਾ ਚਾਹੁੰਦੇ ਹੋ ਤੰਦਰੁਸਤ ਪੰਜਾਬ ਬਾਰੇ? ਕਿਉਂਕਿ ਇੱਥੇ ਜਦੋਂ ਮੈਂ ਸਲਾਈਡ ਸ਼ੋ ਪਲੇ ਕਰਦਾ ਤੇ ਬਹੁਤ ਲੰਬੀ ਕੜੀ ਹੈ ਜਿਹੜੇ ਕਿ ਜਿੰਨੀਆਂ ਇਹਦੀਆਂ ਖੂਬੀਆਂ। ਤੰਦਰੁਸਤ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਇਡੈਂਟੀਫਾਈ ਕੀਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਹਿਊਮਨ ਬੀਇੰਗ ਨਾਲ ਸਾਡੇ ਡੀਲ ਕਰਦੀਆਂ ਸੀ, ਚਾਹੇ ਖਾਣ ਦੇ ਵਿੱਚ ਸੀਗੇ, ਸਾਡੇ ਖਾਦਾਂ ਬਹੁਤ ਜ਼ਿਆਦਾ ਖੇਤੀ 'ਚ ਪੈ ਰਹੀਆਂ ਸੀ। ਅਸੀਂ ਖੇਤੀਬਾੜੀ ਯੂਨੀਵਰਸਿਟੀ ਨੂੰ ਨਾਲ ਗੱਲ ਕਰਕੇ ਇਹ ਦੇਖਿਆ ਕਿ ਕਿੰਨੀ ਖਾਦ ਪੈਣੀ ਚਾਹੀਦੀ ਹੈ। ਜਦੋਂ ਪਤਾ ਲੱਗਿਆ ਕਿ ਸਾਡੇ ਖਾਦ ਤਾਂ 2 ਲੱਖ ਟਨ ਯੂਰੀਆ ਫਾਲਤੂ ਪੈ ਰਹੀ ਹੈ, 1 ਲੱਖ ਟਨ DAP ਫਾਲਤੂ ਪੈ ਰਹੀ ਹੈ, ਬਹੁਤ ਵੱਡਾ ਇੱਕ ਮਿਸ਼ਨ ਚਲਾਇਆ ਗਿਆ। ਤੇ ਇਹਨਾਂ 2 ਸਾਲਾਂ 'ਚ ਅਸੀਂ ਉਹ 2 ਲੱਖ ਟਨ ਯੂਰੀਆ ਤੇ 1 ਲੱਖ ਟਨ DAP ਘਟਾ ਲਈ ਹੈ। ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਅਸੀਂ 30% ਤੋਂ ਵੱਧ ਐਗਰੋ ਕੈਮੀਕਲਸ ਜ਼ਿਆਦਾ ਯੂਜ਼ ਕਰ ਰਹੇ ਹਾਂ। ਤੋਂ 2 ਸਾਲਾਂ ਦੇ ਵਿੱਚ ਅਸੀਂ ਪੂਰਾ ਪ੍ਰੋਸੈਸ ਚਲਾ ਕੇ ਪੂਰਾ ਇੱਕ ਕੰਪੇਨ ਮੋਡ ਦੇ ਵਿੱਚ ਲਾ ਕੇ ਅਸੀਂ ਐਗਰੋ ਕੈਮੀਕਲ ਦਾ ਜਿਹੜਾ ਯੂਜ਼ ਸੀਗਾ ਬਹੁਤ ਵੱਡੇ ਲੈਵਲ ਤੇ ਘਟਾ ਲਿਆ। ਖਾਸ ਕਰਕੇ ਉਹਨਾਂ ਕ੍ਰੌਪਸ ਦੇ ਵਿੱਚ ਸਾਡੀ ਬਾਸਮਤੀ ਬਹੁਤ ਹੁੰਦੀ ਹੈ। ਸਾਡੇ 7 ਲੱਖ ਹੈਕਟੇਅਰ ਦੇ ਵਿੱਚ ਪੰਜਾਬ ਦੇ ਵਿੱਚ ਲਗਭਗ 20 ਲੱਖ ਏਕੜ 'ਚ ਬਾਸਮਤੀ ਹੁੰਦੀ ਹੈ, ਜਿਹੜੀ ਕਿ ਹਿੰਦੁਸਤਾਨ ਤੋਂ ਬਾਹਰ ਐਕਸਪੋਰਟ ਹੁੰਦੀ ਹੈ। ਉਹ ਐਕਸਪੋਰਟ ਦੇ ਵਿੱਚ ਸਾਨੂੰ ਪਿਛਲੇ ਸਾਲ ਤੰਦਰੁਸਤ ਮਿਸ਼ਨ ਤੋਂ ਪਹਿਲਾਂ ਪ੍ਰੋਬਲਮ ਆ ਗਈ ਸੀ ਕਿ ਸਾਡੀਆਂ ਜਿਹੜੀਆਂ ਕੰਸਾਈਨਮੈਂਟ ਸੀਗੀਆਂ ਉਹ ਜਰਮਨ ਤੋਂ, ਉਹ ਬਾਕੀ ਮੁਲਕਾਂ ਤੋਂ ਵਾਪਸ ਆ ਗਈਆਂ ਸੀ, ਅਮਰੀਕਾ ਤੋਂ ਵੀ ਵਾਪਸ ਆ ਗਈਆਂ ਸੀ। ਤੋਂ ਅਸੀਂ ਇਹ ਤਹਈਆ ਕੀਤਾ ਕਿ ਅਸੀਂ ਆਪਣੀ ਬਾਸਮਤੀ ਦੇ ਵਿੱਚ ਜਿਹੜੇ ਕੈਮੀਕਲ ਰੈਜ਼ਿਡਿਊ ਨੇ ਉਹ ਇੰਨੇ ਘਟਾਣੇ ਆ ਕਿ ਉਹ ਇੰਟਰਨੈਸ਼ਨਲ ਸਟੈਂਡਰਡ ਦੇ ਉੱਤੇ ਆ ਜਾਣ। ਸੋ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਸਾਡੇ ਉਹ ਬਿਲਕੁਲ ਘਟ ਗਏ ਆ, ਇੰਟਰਨੈਸ਼ਨਲ ਸਟੈਂਡਰਡ ਦੇ ਉੱਤੇ ਆ ਗਏ। ਐਜ਼ ਅ ਰਿਜ਼ਲਟ ਵਿੱਚ ਸਾਡੀ ਬਾਸਮਤੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪੋਰਟ ਹੋਈ। ਖਾਸ ਕਰਕੇ ਐਤਕੀ ਈਰਾਨ ਦੇ ਵਿੱਚ ਪ੍ਰੋਬਲਮ ਆ ਗਈ ਸੀ ਤਾਂ ਵੀ ਸਾਡੀ ਐਕਸਪੋਰਟ ਹੋ ਗਈ। ਹੁਣ ਉਸ ਦਾ ਨਤੀਜਾ ਇਹ ਹੋਇਆ ਕਿ ਕੱਲ ਦੀ ਤਰੀਕ ਦੇ ਵਿੱਚ ਤੁਸੀਂ ਅਖਬਾਰ ਪੜ੍ਹੋਗੇ, ਸਾਡੇ ਬਾਸਮਤੀ ਰਾਈਸ ਐਕਸਪੋਰਟਰ ਐਸੋਸੀਏਸ਼ਨ ਨੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਦਿੱਤਾ ਹੈ ਕਿ ਕਿਸਾਨ ਵੀਰੋ ਵੱਧ ਤੋਂ ਵੱਧ ਬਾਸਮਤੀ ਉਗਾਓ। ਪੰਜਾਬ ਦੀ ਬਾਸਮਤੀ ਦਾ ਨਾਮ ਬਣ ਗਿਆ ਦੁਨੀਆ 'ਚ, ਜਿੰਨੀ ਤੁਸੀਂ ਉਗਾ ਲਓਗੇ ਅਸੀਂ ਸਾਰੀ ਦੀ ਸਾਰੀ ਬਾਹਰਲੇ ਮੁਲਕਾਂ 'ਚ ਭੇਜ ਦਿਆਂਗੇ, ਤੁਹਾਨੂੰ ਪੈਸੇ ਦੀ, ਤੁਹਾਨੂੰ ਪ੍ਰਾਈਸ ਦਾ ਕੋਈ ਰੌਲਾ ਨਹੀਂ ਆਏਗਾ। ਸੋ ਇਹ ਚੀਜ਼ਾਂ ਨੇ। ਇਸੇ ਤਰੀਕੇ ਨਾਲ ਅਸੀਂ ਇਹ ਦੇਖਿਆ ਕਿ ਖਾਦ ਬਹੁਤ ਜ਼ਿਆਦਾ ਵਰਤੀ ਜਾ ਰਹੀ ਸੀ, ਤੋਂ ਅਸੀਂ ਹਰ ਇੱਕ ਪਿੰਡ ਦਾ ਸੋਇਲ ਫਰਟੀਲਿਟੀ ਮੈਪ ਬਣਾਇਆ। ਸੋਇਲ ਦੀ ਜਿਹੜੇ ਸੋਇਲ ਹੈਲਥ ਕਾਰਡਸ ਬਣਾਉਣ ਤੋਂ ਬਾਅਦ ਤੇ ਪਿੰਡਾਂ ਦੇ ਵਿੱਚ ਜਾ ਕੇ ਫਰਟੀਲਿਟੀ ਮੈਪ ਲਾਤਾ ਵੱਡਾ ਸਾਰਾ ਕਰਕੇ, ਤੇ ਦੱਸ ਦਿੱਤਾ ਉਹਨਾਂ ਨੂੰ ਕਿ ਇੱਥੇ ਖਾਦ ਪਾਉਣ ਦੀ ਲੋੜ ਹੈ, ਇਹਨਾਂ ਖੇਤਾਂ 'ਚ ਤੇ ਇਹਨਾਂ ਖੇਤਾਂ 'ਚ ਨਹੀਂ ਲੋੜ। ਐਜ਼ ਅ ਰਿਜ਼ਲਟ ਵਿੱਚ ਸਾਡਾ ਖਾਦ ਦਾ, ਤੁਸੀਂ ਜਿਵੇਂ ਦੱਸਿਆ ਕਿ ਬਹੁਤ ਸਾਡਾ ਬਚਾਅ ਹੋਇਆ। ਪਾਣੀ ਦਾ ਸਾਡਾ ਬੜਾ ਵੱਡਾ ਇਸ਼ੂ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਹੈ। ਸਾਨੂੰ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਜਿਹੜੀ ਪਿਛਲੇ ਸਾਲ ਸਾਨੂੰ ਰਿਪੋਰਟ ਦਿੱਤੀ ਹੈ ਮਈ 2019 ਦੇ ਵਿੱਚ, ਉਹ ਬਹੁਤ ਹੀ ਇੱਕ ਸੈਂਸੇਸ਼ਨਲ ਰਿਪੋਰਟ ਸੀ। ਉਹ ਬਹੁਤ ਹੀ ਸਾਨੂੰ ਡਿਸਟਰਬ ਕਰਨ ਵਾਲੀ ਰਿਪੋਰਟ ਸੀ ਕਿ ਪੰਜਾਬ ਦੇ ਤਿੰਨੇ ਪੱਤਣਾਂ ਦਾ ਪਾਣੀ ਜਿਹੜਾ ਹੈ ਉਹ ਆਉਣ ਵਾਲੇ 22 ਸਾਲਾਂ 'ਚ ਬਿਲਕੁਲ ਖਤਮ ਹੋ ਜਾਏਗਾ। ਕਿਉਂਕਿ ਅਸੀਂ ਜਿੰਨਾ ਪਾਣੀ ਕੱਢ ਰਹੇ ਹਾਂ ਤੇ ਜਿੰਨਾ ਪਾਣੀ ਧਰਤੀ ਦੇ ਵਿੱਚ ਜਾ ਰਿਹਾ, ਅਸੀਂ 14.5 ਮਿਲੀਅਨ ਏਕੜ ਫੀਟ ਪਾਣੀ ਜਿਹੜਾ ਹੈ BCM 14.5 BCM ਬਿਲੀਅਨ ਕਿਊਬਿਕ ਮੀਟਰ ਪਾਣੀ ਹੈ, ਉਹ ਜਿੰਨਾ ਧਰਤੀ ਦੇ ਥੱਲੇ ਜਾਂਦਾ ਉਸ ਤੋਂ ਵੱਧ ਕੱਢ ਰਹੇ ਹਾਂ। ਸੋ 22 ਸਾਲਾਂ ਦੇ ਵਿੱਚ ਅਸੀਂ ਸਾਰੇ ਦਾ ਸਾਰਾ ਪਾਣੀ ਖਤਮ ਹੋ ਜਾਏਗਾ।
ਤੋ ਉਹਦੇ ਵਾਸਤੇ ਦੋ ਹੀ ਗੱਲਾਂ ਸੀਗੀਆਂ ਕਿ ਸਾਨੂੰ ਅਸੀਂ ਇਹ ਸਟੱਡੀ ਕਰੀਏ ਕਿ ਪਾਣੀ ਸਾਡਾ ਜ਼ਿਆਦਾ ਜਾਂਦਾ ਕਿੱਥੇ ਹੈ। ਤੋ ਉਹਦੇ ਚੋਂ ਇਹੀ ਪਤਾ ਲੱਗਿਆ ਕਿ ਝੋਨੇ ਦੇ ਵਿੱਚ ਸਾਡਾ ਪਾਣੀ ਜਾਂਦਾ ਹੈ। ਹੁਣ ਝੋਨੇ ਦਾ ਬਦਲ ਕੋਈ ਨਹੀਂ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਕਿਸਾਨਾਂ ਕੋਲ। ਅਸੀਂ ਇਹ ਨਹੀਂ ਕਹਿ ਸਕਦੇ ਕਿ ਝੋਨਾ ਤੁਸੀਂ 27 ਲੱਖ ਹੈਕਟੇਅਰ ਦੇ ਵਿੱਚ ਲਾਉਂਦੇ ਹੋ ਤੇ ਉਹਦੀ ਥਾਂ ਦੇ ਉੱਤੇ ਕੋਈ ਹੋਰ ਲਾ ਲਓ। ਜਦੋਂ ਭਾਰਤ ਸਰਕਾਰ ਝੋਨੇ ਨੂੰ ਚੱਕ ਰਹੀ ਹੈ, ਜਦੋਂ ਕਿਸਾਨਾਂ ਨੂੰ ਚੰਗਾ ਰੇਟ ਮਿਲ ਰਿਹਾ, ਜਦੋਂ ਉਹਨਾਂ ਕੋਲ ਮਸ਼ੀਨਰੀ ਇੰਨੀ ਹੋ ਗਈ, ਇਨਵੈਸਟਮੈਂਟ ਇੰਨੀ ਹੋ ਗਈ, ਨੌਲੇਜ ਇੰਨੀ ਹੋ ਗਈ, ਸੋ ਉਹਦੇ ਤੇ ਫਿਰ ਇਹ ਆਇਆ ਕਿ ਝੋਨਾ ਨੂੰ ਬੀਜਣ ਦੀਆਂ ਤਕਨੀਕਾਂ ਬਦਲੀਆਂ ਜਾਣ, ਹਾਂਜੀ ਜਿਹਦੇ 'ਚ ਘੱਟ ਪਾਣੀ ਲੱਗੇ। ਸੋ ਉਹ ਤਕਨੀਕਾਂ ਜਿਹੜੀਆਂ ਹੈਗੀਆਂ ਪਿਛਲੇ ਸਾਲਾਂ ਦੇ ਵਿੱਚ ਕੰਮ ਹੁੰਦਾ ਰਿਹਾ ਉਹਦੇ ਤੇ ਕੰਮ ਹੁੰਦੇ ਹੁੰਦੇ ਇਸ ਸਾਲ ਅਸੀਂ ਡਾਇਰੈਕਟ ਸੀਡਿੰਗ ਆਫ ਰਾਈਸ ਹੈ ਜਿਹੜਾ, ਉਹਦੇ ਥੱਲੇ ਪਰਮਲ ਦਾ ਸਾਡਾ 20 ਲੱਖ ਲੱਗਦਾ ਹੈਗਾ। ਉਹ 1/3 ਪਰਮਲ ਜਿਹੜਾ ਹੈ ਪੰਜਾਬ 'ਚ ਉਹ DSR ਦੇ ਥੱਲੇ ਲੱਗ ਜਾਏਗਾ, ਜਿਹਦੇ 'ਚ ਪਾਣੀ ਨਾਰਮਲ ਨਾਲੋਂ 1/3 ਪਾਣੀ ਜਿਹੜਾ ਹੈਗਾ ਉਹ ਬਚ ਜਾਂਦਾ ਹੈ। ਸਿਰਫ 2/3 ਪਾਣੀ ਹੀ ਜਿਹਦੇ ਵਿੱਚ ਲੱਗਦਾ ਹੈ। ਸੋ ਉਹਦੇ ਨਾਲ ਸਾਡਾ ਇੱਕ ਬਹੁਤ ਵੱਡਾ ਸਾਡਾ ਬਚਾਅ ਹੋਏਗਾ। ਦੂਜਾ, ਝੋਨਾ ਲਾਉਣ ਦੀ ਤਰੀਕ ਜਿਹੜੀ ਹੈ ਉਹ ਅਸੀਂ ਫਿਕਸ ਕਰ ਦਿੱਤੀ ਸੀ, ਪਿਛਲੇ ਸਾਲ 20 ਤਰੀਕ ਕੀਤੀ ਸੀ, ਪਰ ਐਤਕੀ ਕਿਉਂਕਿ ਕੋਵਿਡ ਕਰਕੇ ਸਾਡੀ ਲੇਬਰ ਨਹੀਂ ਸੀ ਆ ਰਹੀ, ਸਾਨੂੰ ਟੈਂਪਰੇਰੀ ਥੋੜਾ ਜਿਹਾ ਪਿੱਛੇ ਆਉਣਾ ਪਿਆ, ਪਰ ਉਹ ਤਰੀਕ ਫਿਕਸ ਕਰਨ ਨਾਲ ਵੀ ਸਾਡਾ ਬਹੁਤ ਪਾਣੀ ਬਚਿਆ। ਤੋਂ ਸਾਨੂੰ ਇਹ ਹੈ ਕਿ ਸਾਡਾ ਦੁਸ਼ਮਣ ਝੋਨਾ ਨਹੀਂ ਹੈ, ਸਾਡਾ ਦੁਸ਼ਮਣ ਝੋਨੇ 'ਚ ਲੱਗਣ ਵਾਲਾ ਪਾਣੀ ਹੈ। ਉਸ ਪਾਣੀ ਨੂੰ ਅਸੀਂ ਕਿਵੇਂ ਬਚਾਉਣਾ, ਉਹ ਸਾਡੇ ਵਾਸਤੇ ਚੈਲੰਜ ਹੈ, ਉਹ ਵੀ ਅਸੀਂ ਦੂਰ ਕਰ ਲਿਆ। ਸੋ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਸਾਫ਼ ਪਾਣੀ ਲੋਕਾਂ ਨੂੰ ਦੇਣਾ ਹੈ, ਜਿਹੜਾ ਵੇਸਟ ਵਾਟਰ ਹੈ ਸ਼ਹਿਰਾਂ ਦਾ ਉਹ ਸਾਰਾ ਟਰੀਟ ਕਰਨਾ ਹੈ। ਵੇਸਟ ਵਾਟਰ ਦੀਆਂ ਫੈਸਿਲਿਟੀਜ਼ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੱਗੀਆਂ ਹੋਈਆਂ। ਸਾਡੇ ਕੋਲ ਲਗਭਗ 150 ਦੇ ਕਰੀਬ ਸ਼ਹਿਰ ਨੇ ਜਿੱਥੇ STP ਵਗੈਰਾ ਲੱਗੇ ਆ। ਉਹਨਾਂ ਨੂੰ ਸਾਫ਼ ਕਰਨਾ, ਉਹਨਾਂ ਨੂੰ ਦੇਖਣਾ ਕਿ ਚੰਗੀ ਤਰ੍ਹਾਂ ਚੱਲਦੇ ਆ ਕਿ ਨਹੀਂ ਚੱਲਦੇ। ਸੋ ਇਸ ਤਰ੍ਹਾਂ ਦਾ ਸਾਰਾ ਕੰਮ ਜਿਹੜਾ ਸੀਗਾ ਉਹ ਸਾਡੇ ਵਾਸਤੇ ਬੜਾ ਇੰਪੋਰਟੈਂਟ ਕੰਮ ਸੀ। ਅਸੀਂ ਉਹਨੂੰ ਵਾਟਰ ਦੀ ਕੰਜ਼ਰਵੇਸ਼ਨ ਤੇ ਹੋਰ ਸਾਰੇ ਕੁਝ ਦੇ ਉੱਤੇ ਲੱਗ ਕੇ ਲਗਾਤਾਰ ਕੰਮ ਕੀਤਾ ਹੈ। ਬੂਟੇ ਲਾਉਣ ਦਾ ਕੰਮ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਬੜੇ ਸਾਲਾਂ ਤੋਂ ਕਾਫੀ ਵੱਡੇ ਬੂਟੇ ਲੱਗਦੇ ਰਹੇ ਆ, ਪਰ ਉਹਨਾਂ ਨੂੰ ਸਾਂਭਣਾ ਤੇ ਉਹਨਾਂ ਦੀ ਸਰਵਾਈਵਲ ਉਹ ਬੜਾ ਇੰਪੋਰਟੈਂਟ ਇਸ਼ੂ ਹੈ, ਉਧਰਲੇ ਪਾਸੇ ਵੀ ਲੱਗੇ ਹੋਏ ਆ। ਹਾਂਜੀ ਸਰ, ਮੈਂ ਇੱਥੇ ਹੀ ਆਉਣ ਲੱਗਿਆ ਸੀ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਰੀਬ 80-84 ਲੱਖ ਲੋਕ ਜਿਹੜੇ ਹਵਾ ਦੇ ਪ੍ਰਦੂਸ਼ਣ ਕਰਕੇ ਜਿਹੜੇ ਮਰਦੇ ਦੁਨੀਆ ਭਰ ਦੇ ਵਿੱਚ ਹਰ ਸਾਲ ਮਰਦੇ ਆ, ਤੇ ਕਰਕੇ ਆਪਣੇ ਪੰਜਾਬ ਵਿੱਚ ਵੀ ਜਿਹੜੀ ਹਵਾ ਦੇ ਪ੍ਰਦੂਸ਼ਣ ਕਰਕੇ ਬਹੁਤ ਜ਼ਿਆਦਾ ਹਿਊਮਨ ਹੈਲਥ ਨੂੰ ਜਿਹੜਾ ਇੰਪੈਕਟ ਪੈ ਰਿਹਾ। ਤੇ ਸਟਬਲ ਬਰਨਿੰਗ ਜਾਂ ਕਹਿ ਲਈਏ, ਇੰਡਸਟਰੀ ਕਹਿ ਲਈਏ, ਜਾਂ ਵਹੀਕਲ ਪੋਲਿਊਸ਼ਨ ਕਹਿ ਲਈਏ, ਇਹ ਸਾਰੇ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੇ ਕੀ ਜਿਹੜੀਆਂ ਕੋਈ ਪਾਲਿਸੀਆਂ ਜਾਂ ਕੀ ਫਰੇਮਵਰਕ ਹੁਣ ਤੱਕ ਤਿਆਰ ਕੀਤਾ ਜੀ? ਦੇਖੋ, ਜਿੱਥੋਂ ਤੱਕ ਹਵਾ ਦਾ ਪ੍ਰਦੂਸ਼ਣ ਹੈ ਉਹ ਇੱਕ ਮੇਜਰ ਇਸ਼ੂ ਹੈ ਸਾਰੀ ਦੁਨੀਆ ਦੇ ਸਾਹਮਣੇ, ਸਾਡੇ ਸਾਹਮਣੇ ਵੀ ਹੈ। ਇਹ ਕੋਵਿਡ ਦੇ ਵਿੱਚ ਕਰਕੇ ਹੀ ਸਾਨੂੰ ਹੁਣ ਪਤਾ ਲੱਗਿਆ ਕਿ ਸਾਡਾ ਹਵਾ ਦਾ ਜਿਹੜਾ ਲੈਵਲ ਹੈ ਪ੍ਰਦੂਸ਼ਣ ਦਾ, ਉਹ ਅਸੀਂ ਕਿੱਥੇ ਖੜੇ ਹਾਂ, ਕਿਉਂਕਿ ਸਾਨੂੰ ਹੁਣ ਤੱਕ ਪਤਾ ਨਹੀਂ ਸੀ ਲੱਗ ਰਿਹਾ ਕਿ ਸਾਡਾ ਬੇਸਿਕ ਲੈਵਲ, ਬੇਸਲ ਜਿਹੜਾ ਹੈਗਾ ਉਹ ਲੈਵਲ ਕੀ ਹੈ। ਉਹ ਕੋਵਿਡ ਨੇ ਸਾਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਹਵਾ ਦਾ ਪ੍ਰਦੂਸ਼ਣ ਜਿਹੜਾ ਹੈ ਉਹਦਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ 100 ਤੋਂ ਕਦੇ ਘਟਦਾ ਨਹੀਂ ਸੀ, ਉਹ ਇਹਨਾਂ ਦਿਨਾਂ ਦੇ ਵਿੱਚ 50 ਤੋਂ ਵੀ ਘਟ ਗਿਆ। ਅਸੀਂ ਸੁਣਦੇ ਹੁੰਦੇ ਸੀ ਕਿ ਯੂਰਪ ਦੇ ਵਿੱਚ AQI 50 ਤੋਂ ਥੱਲੇ ਹੈ, ਬੜੇ ਹੈਰਾਨ ਹੁੰਦੇ ਸੀ ਕਿ ਕਮਾਲ ਦੀ ਗੱਲ ਹੈ। ਉਹ ਸਾਨੂੰ ਨੇਚਰ ਨੇ ਦਿਖਾਤਾ, ਸਾਨੂੰ ਸਾਰਿਆਂ ਨੂੰ ਅੰਦਰ ਬੰਦ ਕਰਕੇ ਕਿ ਆਹ ਦੇਖੋ ਜੀ 50 ਵੀ ਹੋ ਸਕਦਾ ਹੈ। ਸੋ ਉਹਨੂੰ ਸਸਟੇਨ ਕਰਨਾ ਇੱਕ ਬਹੁਤ ਵੱਡਾ ਇਸ਼ੂ ਹੈ। ਅਸੀਂ ਜੋ ਕੀਤਾ ਹੈਗਾ ਇਸ ਸਿਸਟਮ ਦੇ ਵਿੱਚ ਕਿ ਸਾਡੇ ਕੋਲ ਪਹਿਲੀ ਗੱਲ, ਪੰਜਾਬ ਦੇ ਵਿੱਚ ਕੋਈ 3000 ਤੋਂ 3200 ਤੱਕ ਦੇ ਪੱਠੇ ਨੇ, 3200 ਦੇ ਕਰੀਬ ਪੱਠੇ, ਜਿਹੜੇ ਕਿ ਲਗਾਤਾਰ ਪੋਲਿਊਸ਼ਨ ਬਹੁਤ ਵੱਡਾ ਕਰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੋਲਾ ਬਲਾਇਆ ਜਾਂਦਾ। ਸੋ ਅਸੀਂ ਇੱਕ ਨਵੀਂ ਟੈਕਨੋਲੋਜੀ, ਜ਼ਿਗਜ਼ੈਗ ਟੈਕਨੋਲੋਜੀ ਲੈ ਕੇ ਆਂਦੀ ਤੇ 2 ਸਾਲ ਦੀ ਮਿਹਨਤ ਨਾਲ ਆਰਡਰ ਪਾਸ ਕੀਤੇ ਇਸ ਤਰੀਕੇ ਨਾਲ ਕਿ ਕੋਈ ਵੀ ਪੱਠਾ ਜਿਹੜਾ ਜ਼ਿਗਜ਼ੈਗ ਨਹੀਂ ਹੋਏਗਾ ਉਹ ਪੰਜਾਬ ਵਿੱਚ ਚੱਲੇਗਾ ਨਹੀਂ। ਕੋਈ 25 ਤੋਂ ਲਾ ਕੇ 30 ਲੱਖ ਰੁਪਈਆ ਪੱਠਿਆਂ ਤੇ ਖਰਚ ਹੋਇਆ, ਕੱਲੇ ਪੱਠੇ ਤੇ। ਤੋਂ 1000 ਕਰੋੜ ਦੇ ਕਰੀਬ ਇਹ ਖਰਚ ਤੋਂ ਬਾਅਦ ਅਸੀਂ ਸਾਰੇ ਪੱਠੇ ਜਿਹੜੇ ਨੇ ਉਹਨਾਂ ਨੂੰ ਅਸੀਂ ਜ਼ਿਗਜ਼ੈਗ ਟੈਕਨੋਲੋਜੀ ਤੇ ਕਰ ਲਿਆ। ਤੇ ਹੁਣ ਪੱਠਿਆਂ ਦੇ ਵਿੱਚ ਜਿਹੜੀ ਪੋਲਿਊਸ਼ਨ ਸੀਗੀ ਉਹ ਤੁਹਾਨੂੰ ਘੱਟ ਨਜ਼ਰ ਆਉਂਦੀ ਹੈ। ਪਹਿਲਾਂ ਪੱਠਿਆਂ ਦੀ ਪਲੂਮ ਜਿਹੜੀ ਸੀਗੀ ਉਹ ਪੂੰਛ ਜਿਹੀ ਬਣੀ ਬੜੀ ਦੂਰ ਤੱਕ ਨਜ਼ਰ ਆਉਂਦੀ ਸੀ, ਉਹ ਕੰਟਰੋਲ ਹੋ ਗਈ ਹੈ। ਦੂਜੀ ਗੱਲ, ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਅਸੀਂ ਜਿਹੜੇ ਹੈਗੀ ਆ ਇਹ ਜਿਹੜੀ CNG ਗੈਸ ਹੈ, ਕੰਪਰੈਸਡ ਗੈਸ, ਉਹਨੂੰ ਲੈ ਕੇ ਆ ਰਹੇ ਹਾਂ। ਮੰਡੀ ਗੋਬਿੰਦਗੜ੍ਹ 'ਚ ਆ ਗਈ ਹੈ, ਲੁਧਿਆਣੇ 'ਚ ਆ ਗਈ ਹੈ, ਹੋਰ ਸ਼ਹਿਰਾਂ 'ਚ ਵੀ ਆ ਗਈ ਹੈ। ਉਹਨਾਂ ਦੀ ਬੜੀ ਵੱਡੀ ਇੱਕ ਸਮੱਸਿਆ ਸੀ ਸਾਡੇ ਸਾਹਮਣੇ ਕਿ ਜੀ ਸਾਡੇ ਕੋਲ ਤਾਂ 14.3% ਇਹਦੇ ਤੇ ਵੈਟ ਲੱਗਦਾ, ਜਿਹੜਾ ਕਿ ਕੋਲਾ ਸਸਤਾ ਹੋ ਜਾਂਦਾ, ਗੈਸ ਮਹਿੰਗੀ ਹੁੰਦੀ ਹੈ। ਸੋ ਪੰਜਾਬ ਗਵਰਨਮੈਂਟ ਦੇ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਦੇ ਵਿੱਚੋਂ ਅਸੀਂ ਉਸ ਨੂੰ ਟੇਕਅਪ ਕਰਕੇ ਉਹ ਜਿਹੜਾ ਵੈਟ ਸੀਗਾ ਉਹ 14.3% ਤੋਂ ਘਟਾ ਕੇ ਅਸੀਂ 4.3% ਕਰ ਦਿੱਤਾ। ਤੇ ਇਹ ਜਿਹੜੀਆਂ ਫੈਕਟਰੀਆਂ ਨੇ ਜਿਹੜੀਆਂ ਧੂਆਂ ਛੱਡਦੀਆਂ ਨੇ, ਖਾਸ ਕਰਕੇ ਮੰਡੀ ਗੋਬਿੰਦਗੜ੍ਹ, ਲੁਧਿਆਣਾ ਤੇ ਹੋਰ, ਇਹ ਮੇਰਾ ਖਿਆਲ ਹੈ ਆਉਣ ਵਾਲੇ 1 ਸਾਲ ਦੇ ਵਿੱਚ ਤੁਹਾਨੂੰ ਸ਼ਾਇਦ ਧੂਆਂ ਇੱਥੇ ਨਜ਼ਰ ਨਹੀਂ ਆਏਗਾ। ਇਹ ਸਾਰਾ ਕੁਝ ਜਿਹੜਾ ਠੀਕ ਹੋ ਜਾਏਗਾ। ਤੀਜਾ, ਸਾਡੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਆ ਰਿਹਾ, ਉਹ ਆ ਰਿਹਾ ਹੈ ਚੈਲੰਜ ਜਿਹੜਾ ਅਕਤੂਬਰ ਤੇ ਨਵੰਬਰ ਦੇ ਮਹੀਨੇ
ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਦੀ ਹੈ, ਸਾਰੀ ਬਿਲਕੁਲ ਜੀ। ਦੁਨੀਆ ਸਾਡੇ ਵੱਲ ਦੇਖ ਰਹੀ ਹੁੰਦੀ ਹੈ। ਹਾਂਜੀ ਦਿੱਲੀ ਵਾਲੇ ਰੌਲਾ ਪਾ ਰਹੇ ਹੁੰਦੇ ਨੇ ਕਿ ਸਾਡੇ ਹਾਂਜੀ ਕੋਲੇ ਪਰਾਲੀ ਦਾ ਧੂੰਆਂ ਆ ਗਿਆ, ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਹਾਡਾ ਧੂੰਆਂ ਆਪਣਾ ਹੀ ਹੈ, ਸਾਡਾ ਨਹੀਂ ਹੈ। ਪਰ ਕਾਰਨ ਤਾਂ ਇਹ ਹੈ ਵੀ ਜੇ ਉੱਥੇ ਨਾ ਵੀ ਜਾਵੇ, ਧੂੰਆਂ ਤਾਂ ਹੈ ਹੀ ਹੈ ਨਾ, ਸਾਡੇ ਲੋਕਾਂ ਹਾਂਜੀ ਵਾਸਤੇ ਵੀ ਹੈ। ਸੋ ਉਹ ਬਹੁਤ ਵੱਡਾ ਚੈਲੰਜ ਹੈ ਸਾਡੇ ਸਾਹਮਣੇ। ਉਹਦੇ ਵਾਸਤੇ ਫਿਰ ਇਹ ਇੱਕ ਬਹੁਤ ਵੱਡੇ ਲੈਵਲ ਤੇ ਸਿਰ ਜੋੜ ਕੇ ਜਦੋਂ ਭਾਰਤ ਸਰਕਾਰ ਦੇ ਲੈਵਲ ਤੇ ਅਸੀਂ ਬੈਠੇ, ਯੂਨੀਵਰਸਿਟੀ ਬੈਠੀ, ਸਾਰਿਆਂ ਨੇ ਇਹ ਕਿਹਾ ਕਿ ਇਹਦਾ ਇੱਕੋ ਇੱਕ ਇਲਾਜ ਹੈ ਕਿ ਇਸ ਪਰਾਲੀ ਨੂੰ ਸਾੜਨ ਤੋਂ ਬਿਨਾਂ ਖੇਤਾਂ 'ਚ ਵਾਹਿਆ ਜਾਵੇ। ਸੋ ਖੇਤਾਂ 'ਚ ਵਾਹਣ ਵਾਲੀ ਜਿਹੜੀ 3 ਸਾਲ ਹੋ ਗਏ ਸਾਨੂੰ ਕੰਮ ਸ਼ੁਰੂ ਕੀਤੇ ਨੂੰ, ਅਸੀਂ ਇਸ ਸਮੱਸਿਆ ਦੇ ਉੱਤੇ ਲਗਭਗ 60-70% ਦੇ ਕਰੀਬ ਕਾਬੂ ਪਾ ਲਿਆ। ਲੋਕਾਂ ਨੂੰ ਖੇਤਾਂ ਦੇ ਵਿੱਚ ਜਿੱਥੇ ਵਾਹੁਣਾ ਸ਼ੁਰੂ ਕੀਤਾ, ਉੱਥੇ ਬੜੇ ਵੱਡੇ ਲੈਵਲ ਤੇ ਕੈਂਪ ਲਾਏ। ਇਹਨਾਂ ਨੂੰ ਲਗਭਗ ਅਸੀਂ ਕਿਸਾਨਾਂ ਨੂੰ ਪਿਛਲੇ 2 ਸਾਲਾਂ 'ਚ 52,000 ਇਹੋ ਜਿਹੀਆਂ ਮਸ਼ੀਨਾਂ ਦਿੱਤੀਆਂ ਨੇ ਜਿਹੜੀਆਂ ਕਿ ਇਹਨੂੰ ਖੇਤਾਂ ਦੇ ਵਿੱਚ ਹੀ ਵਾਹ ਸਕਦੀਆਂ ਨੇ, ਜਿਹਦੇ ਤੇ 450 ਕਰੋੜ ਰੁਪਈਆ ਅਸੀਂ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਹੈ। ਜੇ ਕੋਈ ਇੰਡੀਵਿਜੂਅਲ ਕਿਸਾਨ ਲੈਂਦਾ ਹੈ ਤਾਂ 50% ਹੈ, ਜੇ ਗਰੁੱਪ ਬਣਾ ਕੇ ਲੈਂਦੇ ਨੇ ਤਾਂ 80% ਸਬਸਿਡੀ ਦੇ ਕੇ ਉਧਰਲੇ ਪਾਸੇ ਨੂੰ ਅਸੀਂ ਕੰਮ ਸ਼ੁਰੂ ਕੀਤਾ। ਤੇ ਮੈਨੂੰ ਆਸ ਹੈ ਕਿ ਇਸ ਸਾਲ ਜਿਹੜੀ ਪਰਾਲੀ ਨੂੰ ਅੱਗਾਂ ਲੱਗਣ ਵਾਲੀ ਗੱਲ ਸੀ, ਉਹ ਪਿਛਲੇ ਸਾਲਾਂ ਦੇ ਮੁਕਾਬਲੇ ਹਰੇਕ ਸਾਲ ਘਟ ਰਹੀ ਹੈ, ਇਸ ਸਾਲ ਹੋਰ ਘਟ ਜਾਏਗੀ। ਸੋ ਇਹ 2 3 4 ਮੁੱਦੇ ਸੀਗੇ। ਜਿਸ ਤੱਕ ਵਹੀਕਲਸ ਦਾ ਸਵਾਲ ਸੀ, ਵਹੀਕਲਸ ਦੇ ਵਿੱਚ ਵੀ ਪੋਲਿਊਸ਼ਨ, ਹਵਾ ਦਾ ਪੋਲਿਊਸ਼ਨ ਬਹੁਤ ਹੁੰਦਾ ਸੀ, ਪਰ ਹੁਣ BS4 ਆ ਗਈ। ਉਸ ਤੋਂ ਬਾਅਦ ਗੱਡੀਆਂ ਜਿਹੜੀਆਂ ਕਿ ਬਹੁਤ ਵਧੀਆ ਇੰਪਰੂਵ ਹੋ ਰਹੀਆਂ ਨੇ। ਅਸੀਂ ਜਿਹੜੇ ਪੋਲਿਊਸ਼ਨ ਅੰਡਰ ਚੈੱਕ ਸੈਂਟਰ ਨੇ, PUC ਸੈਂਟਰ ਜਿਹੜੇ ਕਹਿੰਦੇ ਆ, ਉਹਨਾਂ ਦੇ ਉੱਤੇ ਸਕੰਜਾ ਕੱਸਿਆ ਹੈ ਕਿ ਉੱਥੋਂ ਕੋਈ ਵੀ ਬੰਦਾ ਗਲਤ ਸਰਟੀਫਿਕੇਟ ਨਾ ਲੈ ਕੇ ਜਾਵੇ। ਉਹਨਾਂ ਦੇ ਸਕੰਜਾ ਕੱਸਿਆ ਕਿ ਵੀ ਉਹ ਬਿਲਕੁਲ ਸਹੀ ਚੱਲਣ, ਤੇ ਉਹਨਾਂ ਦਾ ਰਿਕਾਰਡ ਅਸੀਂ ਕੰਪਿਊਟਰਾਈਜ਼ ਕਰ ਰਹੇ ਹਾਂ ਅੱਗੇ ਤੋਂ, ਤਾਂ ਕਿ ਇਹਨਾਂ ਗੱਡੀਆਂ ਦਾ ਕੋਈ ਵੀ ਧੂਏ ਵਾਲੀ ਗੱਡੀ ਜਿਹੜੀ ਹੈ ਉਹ ਸੜਕਾਂ ਤੇ ਨਾ ਫਿਰੇ, ਤੇ ਨਾ ਹੀ ਫਿਰ ਕੁਦਰਤ ਨੂੰ ਕਰੋਨਾ ਵਰਗਾ ਕੁਝ ਲਾ ਕੇ ਆਪਣੇ ਆਪ ਨੂੰ ਰਿਪੇਅਰ ਕਰਨ ਦੀ ਲੋੜ ਪਵੇ। ਕੁਦਰਤ ਨੇ ਵੀ ਤਾਂ ਆਪਣੇ ਆਪ ਨੂੰ ਤੰਦਰੁਸਤ ਕੀਤਾ ਹੀ ਹੈ ਨਾ, ਬਿਲਕੁਲ ਜੀ ਉਸ ਬਿਲਕੁਲ ਤੰਦਰੁਸਤ ਜੀ। ਦੀ ਕਾਸਟ ਜਿਹੜੀ ਹੈ ਉਸ ਹਿਊਮੈਨਿਟੀ ਨੂੰ ਕਿੱਡੀ ਵੱਡੀ ਦੇਣੀ ਪਈ ਹੈ। ਸੋ ਇਸ ਹਾਂਜੀ ਕਰਕੇ ਇਹ ਸਾਰੀਆਂ ਗੱਲਾਂ ਲਗਾਤਾਰ ਚੱਲ ਰਹੀਆਂ। ਹਾਂਜੀ ਸਰ, ਇੱਕ ਵਿੱਚੋਂ ਸਰੋਤਿਆਂ ਵੱਲੋਂ ਇੱਕ ਸੁਝਾਅ ਆਇਆ, ਜਸਕੀਰਤ ਸਿੰਘ ਜੀ ਨੇ ਲੁਧਿਆਣੇ ਤੋਂ ਲਿਖ ਰਹੇ ਨੇ ਕਿ ਜਿਹੜੀ ਪਰਾਲੀ ਸਾੜੀ ਜਾਂਦੀ, ਕਿ ਇਹਨੂੰ ਮਲਚਿੰਗ ਵਾਸਤੇ ਵੀ ਵਰਤਿਆ ਜਾ ਸਕਦਾ ਆਪਣਾ ਕਣਕਾਂ ਦੇ ਟਾਈਮ ਤੇ? ਜਿਹੜਾ ਸਾਡਾ ਸਿਸਟਮ ਹੈ ਜੀ, ਜਿਹਨੂੰ ਅਸੀਂ CRM ਸਿਸਟਮ ਕਹਿੰਦੇ ਹਾਂ, ਕ੍ਰੌਪ ਰੈਜ਼ੀਡਿਊ ਮੈਨੇਜਮੈਂਟ, ਇਨ ਸੀਟੂ ਮੈਨੇਜਮੈਂਟ, ਉਹ ਬੇਸਿਕਲੀ ਮਲਚਿੰਗ ਦਾ ਹੀ ਸਿਸਟਮ ਹੈ। ਜਿਹੜੀਆਂ ਸਾਡੀਆਂ ਇਹ ਮਸ਼ੀਨਾਂ ਨੇ, ਜਿਹਨੂੰ ਅਸੀਂ ਹੈਪੀ ਸੀਡਰ ਕਹਿ ਰਹੇ ਹਾਂ ਜਾਂ ਜਿਹਨੂੰ ਸੁਪਰ ਸੀਡਰ ਕਹਿ ਰਹੇ ਹਾਂ, ਇਹ ਬੇਸਿਕਲੀ ਮਲਚਿੰਗ ਦੀਆਂ ਮਸ਼ੀਨਾਂ ਨੇ। ਇਹ ਖੇਤ ਦੇ ਵਿੱਚ ਹੀ ਉਹਨੂੰ ਵਾਹ ਕੇ ਵਿੱਚ ਹੀ ਉਹਨੂੰ ਮਲਚ ਕਰ ਦਿੰਦੀਆਂ ਨੇ, ਤੇ ਉਹਦੇ ਨਾਲ ਮਲਚਿੰਗ ਵੀ ਹੋ ਜਾਂਦੀ ਹੈ, ਤੇ ਖੇਤ ਦੇ ਵਿੱਚ ਖੇਤ ਦੀ ਤਾਕਤ ਵੀ ਵੱਧਦੀ ਹੈ। ਤੇ ਉਸ ਤੋਂ ਬਾਅਦ ਵੀਡੀਸਾਈਡ, ਜਿਹੜੀ ਵੀਡਸ ਵਾਸਤੇ ਵੀਡੀਸਾਈਡ ਸਾਨੂੰ ਪਾਉਣੀਆਂ ਪੈਂਦੀਆਂ ਸੀ, ਉਹ ਪਾਉਣ ਦੀ ਲੋੜ ਵੀ ਨਹੀਂ ਮਹਿਸੂਸ ਹੁੰਦੀ। ਪਾਣੀ ਵੀ ਸਾਡਾ ਜ਼ਿਆਦਾ ਬਚਦਾ। ਇਹ ਮਲਚਿੰਗ ਵਾਸਤੇ ਵੀ ਬਹੁਤ ਕੰਮ ਆਉਂਦੀ ਹੈ। ਸੋ ਬਹੁਤ ਬਹੁਤ ਵਧੀਆ ਜੀ, ਤੁਸੀਂ ਬੜਾ ਚੰਗਾ ਦੱਸਿਆ। 에ਅਰ ਪੋਲਿਊਸ਼ਨ ਲਈ ਜਿਵੇਂ ਸਟਬਲ ਬਰਨਿੰਗ ਨੂੰ ਰੋਕਿਆ ਜਾ ਰਿਹਾ, ਪੱਠਿਆਂ ਦੇ ਬਹੁਤ ਵੱਡੇ ਪੱਧਰ ਤੇ ਇਲਾਜ ਕੀਤੇ ਗਏ ਨੇ, ਤੇ ਵਹੀਕਲ ਪੋਲਿਊਸ਼ਨ ਨੂੰ ਵੀ ਨਜਿੱਠਣ ਲਈ ਤੁਸੀਂ ਜਿਹੜਾ ਉਹ ਕੰਟਰੋਲ ਸਿਸਟਮ ਨੂੰ ਥੋੜਾ ਹੋਰ ਤਕੜਾ ਕੀਤਾ। ਤੇ ਅਗਲਾ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਜੀ, ਜਿਹੜਾ ਫਰਟੀਲਾਈਜ਼ਰ ਤੇ ਪੈਸਟੀਸਾਈਡ ਦੀ ਜਿਵੇਂ ਤੁਸੀਂ ਗੱਲ ਕਰ ਹੀ ਰਹੇ ਸੀ, ਤੇ ਇਹ ਜਿਹੜੀਆਂ ਚੀਜ਼ਾਂ ਨੇ, ਤੇ ਇਨ ਐਡੀਸ਼ਨ ਟੂ ਦੈਟ ਦ ਅਡਲਟ੍ਰੇਸ਼ਨ ਆਫ ਫੂਡ ਪ੍ਰੋਡਕਟਸ, ਇਹ ਹਿਊਮਨ ਹੈਲਥ ਦੇ ਵਿੱਚ ਬੜਾ ਵੱਡਾ ਹੈਜ਼ਰਡ ਜਿਹੜਾ ਆਪਣਾ ਰੋਲ ਪਲੇ ਕਰ ਰਿਹਾ, ਜਿਹੜਾ ਖਾਸ ਕਰਕੇ ਪੈਸਟੀਸਾਈਡ ਦੀ ਯੂਜ਼ ਹੈ, ਕਿਉਂਕਿ ਸਾਡੀ ਸਾਰੀ ਫੂਡ ਚੇਨ ਦੇ ਵਿੱਚ ਇਹ ਸਭ ਕੁਝ ਆ ਰਿਹਾ ਹੈ। ਤੇ ਇਹਦੇ ਵਾਸਤੇ ਸਟੇਟ ਦਾ, ਜਾਨੀ ਪੰਜਾਬ ਸਟੇਟ ਗਵਰਨਮੈਂਟ ਇਹ ਕਿੱਦਾਂ ਇਸ ਇਸ਼ੂ ਨਾਲ ਡੀਲ ਕਰ ਰਹੀ ਹੈ, ਇਹਦੇ ਬਾਰੇ ਤੁਸੀਂ ਜ਼ਰੂਰ ਚਾਨਣਾ ਪਾਓ ਜੀ। ਇਹ ਕਈ ਪਾਸੇ ਨੂੰ ਅਸੀਂ ਡੀਲ ਕਰ ਰਹੇ ਹਾਂ ਜੀ। ਜਿਵੇਂ ਮੈਂ ਹੁਣ ਤੁਹਾਨੂੰ ਬਾਸਮਤੀ ਦਾ ਦੱਸਿਆ ਸੀ ਕਿ ਉਹਨਾਂ ਦੇ ਉੱਤੇ ਅਸੀਂ 9 ਇਸ ਤਰ੍ਹਾਂ ਦੀਆਂ ਕੈਮੀਕਲਸ ਆਇਡੈਂਟੀਫਾਈ ਕੀਤੀਆਂ, ਜਿਨ੍ਹਾਂ ਦਾ ਰੈਜ਼ੀਡਿਊ ਰਹਿ ਜਾਂਦਾ ਹੈ, ਤੇ ਉਸ ਰੈਜ਼ੀਡਿਊ ਰਹਿਣ ਦੇ ਨਾਲ ਉਹ ਐਕਸਪੋਰਟ ਵੀ ਨਹੀਂ ਹੋ ਪਾਉਂਦੀਆਂ, ਤੇ ਹਿਊਮਨ ਹੈਲਥ ਵਾਸਤੇ ਵੀ ਉਹ ਡੇਂਜਰਸ ਹੁੰਦੀਆਂ ਨੇ। ਤੇ ਉਹ ਅਸੀਂ 9 ਦੀਆਂ 9 ਕੈਮੀਕਲ ਦਾ ਬਹੁਤ ਵੱਡੀ ਕੰਪੇਨ ਚਲਾਈ ਪੰਜਾਬ ਦੇ ਵਿੱਚ ਕਿ 9 ਕੈਮੀਕਲਸ ਪੰਜਾਬ ਯੂਜ਼ ਨਾ ਕਰੇ, ਕਿਉਂਕਿ ਇਹਨੂੰ ਕੰਟਰੋਲ ਕਰਨ ਦਾ ਕੰਮ ਭਾਰਤ ਸਰਕਾਰ ਦੇ ਪੱਧਰ ਤੇ ਹੁੰਦਾ ਹੈ। ਤੇ ਅਸੀਂ ਭਾਰਤ ਸਰਕਾਰ ਨੂੰ ਲਿਖਿਆ ਕਿ ਇਹਨਾਂ 9 ਕੈਮੀਕਲਸ ਨੂੰ ਬੰਦ ਕਰ ਦਿੱਤਾ ਜਾਵੇ। ਉਹਨਾਂ ਦੇ ਵਿੱਚੋਂ 5 ਕੈਮੀਕਲਸ ਨੂੰ ਬੰਦ ਕਰਨ ਦਾ ਭਾਰਤ ਸਰਕਾਰ ਨੇ ਨੋਟਿਸ ਵੀ ਜਾਰੀ ਕਰ ਦਿੱਤਾ, ਆਉਣ ਵਾਲੇ ਸਮੇਂ 'ਚ ਨਹੀਂ ਉਹ ਯੂਜ਼ ਹੋਣਗੀਆਂ। ਉਹਦੇ ਨਾਲ ਦੀ ਨਾਲ ਕੋਈ ਇਸ ਤਰ੍ਹਾਂ ਦੀਆਂ ਐਗਰੋ ਕੈਮੀਕਲਸ ਖੇਤੀਬਾੜੀ ਯੂਨੀਵਰਸਿਟੀ ਪ੍ਰਪੋਜ਼ ਕਰ ਰਹੀ ਹੈ ਜਾਂ ਪ੍ਰਮੋਟ ਕਰ ਰਹੀ ਹੈ, ਜਿਹੜੇ ਕਿ ਗ੍ਰੀਨ ਐਗਰੋ ਕੈਮੀਕਲਸ ਦੇ ਨਾਲ ਅਸੀਂ ਜਾਣਦੇ ਹਾਂ, ਜਿਨ੍ਹਾਂ ਦਾ ਇੰਪੈਕਟ ਹਿਊਮਨ ਹੈਲਥ ਤੇ ਨਹੀਂ ਹੁੰਦਾ, ਜਾਂ ਜਿਨ੍ਹਾਂ ਦੀ ਜਿਹੜੀ ਰੈਜ਼ੀਡਿਊਅਲ ਵੈਲਿਊ ਹੈ ਉਹ ਜਲਦੀ ਨਾਲ ਦੀ ਨਾਲ ਖਤਮ ਹੋ ਜਾਂਦੀ ਹੈ। ਖਾਸ ਕਰਕੇ ਜਿਵੇਂ ਨੀਮ ਦਾ ਸਪਰੇਅ ਹੈ, ਸਾਡੀ ਜਿਹੜੀ ਕਾਟਨ ਦਾ ਏਰੀਆ, ਸਭ ਤੋਂ ਬਦਨਾਮ ਏਰੀਆ ਕਾਟਨ ਦਾ ਏਰੀਆ ਸੀ, ਜਿੱਥੇ ਸਭ ਤੋਂ ਵੱਧ ਜ਼ਹਿਰਾਂ ਵਰਤੀਆਂ ਜਾਂਦੀਆਂ ਸੀ, ਕੈਮੀਕਲ ਵਰਤੇ ਜਾਂਦੇ ਸੀ। ਸੋ ਬਠਿੰਡੇ ਦਾ ਏਰੀਆ, ਮੁਕਤਸਰ ਦਾ ਏਰੀਆ, ਕਿਸੇ ਜ਼ਮਾਨੇ 'ਚ ਇਹ ਕਿਹਾ ਜਾਂਦਾ ਸੀ ਕਿ ਉੱਥੇ ਸੁਸਾਈਡ ਵੀ ਬਹੁਤ ਹੁੰਦੇ ਨੇ, ਪਲੱਸ ਜ਼ਹਿਰਾਂ ਵੀ ਬਹੁਤ ਹੋ ਗਈਆਂ, ਉਹ ਕਾਟਨ ਕਰਕੇ ਸੀਗੀਆਂ। ਸੋ BT ਕਾਟਨ ਆਉਣ ਤੋਂ ਬਾਅਦ ਤੇ ਹੁਣ ਜਿਹੜੀ ਕਾਟਨ ਦੇ ਵਿੱਚ ਅਸੀਂ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਇੰਟਰੋਡਿਊਸ ਕੀਤੀ ਹੈ, ਉਹਦੇ ਨਾਲ ਜਿਹੜੇ 15 ਸਪਰੇਆਂ ਕਰਨੀਆਂ ਪੈਂਦੀਆਂ ਸੀ, ਉਹ 2-3 ਸਪਰੇਆਂ ਤੱਕ ਹੀ ਕੰਮ ਸਰ ਜਾਂਦਾ ਹੈ। ਉਹਦੇ ਨਾਲ ਉਹਦੇ 2 ਕਾਰਨ ਸੀ। ਤਾਂ ਉਹਦੇ ਵਾਸਤੇ ਉਹ ਸਪਰੇਅ ਕਰਨ ਦੀ ਟੈਕਨੋਲੋਜੀ ਇਸ ਤਰ੍ਹਾਂ ਦੀ ਲਿਆਂਦੀ
ਸਾਡੇ ਕੋਲ ਬੂਮਰ ਸਪਰੇਅਰਸ ਇਸ ਤਰ੍ਹਾਂ ਦੇ ਲਿਆਂਦੇ ਜਿਹੜੇ ਕਿ ਬਹੁਤ ਘੱਟ ਕੁਆਂਟੀਟੀ ਨਾਲ ਬਹੁਤ ਵਧੀਆ ਇਫੈਕਟਿਵ ਤਰੀਕੇ ਨਾਲ ਕਰ ਸਕਦੇ ਨੇ। ਦੂਜਾ ਸਾਡੇ ਕੋਲ ਨੀਮ ਸਪਰੇਅਰ ਆਏ ਨੇ, ਕਿਸਾਨਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਨਿੰਮ ਦੇ ਪੱਤੇ ਲੈ ਕੇ ਉਹਨਾਂ ਨੂੰ ਉਬਾਲ ਕੇ ਉਹਦੇ ਸਪਰੇਅ ਕਰੋ, ਉਹਦੇ ਨਾਲ ਵੀ ਸਾਡੇ ਕੋਲ ਬਹੁਤ ਸੋਹਣੇ ਰਿਜ਼ਲਟ ਜਿਹੜੇ ਹੈ ਉਹਨਾਂ ਦੇ ਆਏ ਨੇ। ਸੋ ਐਗਰੋਕੈਮੀਕਲ ਜਿਹੜੀਆਂ ਨੇ, ਖਾਸ ਕਰਕੇ ਇੱਕ ਐਗਰੋਕੈਮੀਕਲ ਸੀਗੀ ਗਲਾਈਫੋਸਾਈਟ। ਸੋ ਗਲਾਈਫੋਸਾਈਟ ਜਿਹੜੀ ਐਗਰੋਕੈਮੀਕਲ ਸੀ ਉਹ ਅਮਰੀਕਾ 'ਚ ਬੰਦ ਸੀ, ਹਿੰਦੁਸਤਾਨ ਦੇ ਵਿੱਚ ਅਲਾਉਡ ਹੈ। ਤੋਂ ਪੰਜਾਬ ਦੇ ਵਿੱਚ ਅਸੀਂ ਆਰਡਰ ਪਾਸ ਕਰਕੇ ਉਹ ਗਲਾਈਫੋਸੇਟ ਨੂੰ ਬਿਲਕੁਲ ਬੰਦ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਬਹੁਤ ਰੌਲਾ ਪਾਇਆ, ਅਸੀਂ ਕਿਹਾ ਜੀ ਹਾਈ ਕੋਰਟ ਜਾਓ, ਸੁਪਰੀਮ ਕੋਰਟ ਜਾਓ, ਅਸੀਂ ਪੰਜਾਬ ਦੇ ਵਿੱਚ ਇਹ ਅਲਾਓ ਹੀ ਨਹੀਂ ਕਰ ਸਕਦੇ। ਸੋ 2 ਸਾਲ ਹੋ ਗਏ ਅਸੀਂ ਗਲਾਈਫੋਸੇਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬੰਦ ਕਰ ਦਿੱਤੀ ਹੈ। ਸੋ ਐਗਰੋਕੈਮੀਕਲ ਦੇ ਉੱਤੇ, ਜ਼ਹਿਰਾਂ ਦੇ ਉੱਤੇ ਅਸੀਂ ਕਾਫੀ ਜ਼ੋਰ ਲਾ ਰਹੇ ਹਾਂ ਕਿ ਉਹ ਯੂਜ਼ ਨਾ ਹੋਣ। ਖਾਣ ਪੀਣ ਵਾਲੀਆਂ ਵਸਤੂਆਂ ਜਿਹੜੀਆਂ ਤੁਸੀਂ ਦੱਸੀਆਂ ਨੇ ਉਹਨਾਂ ਦੇ ਉੱਤੇ ਪਿਛਲੇ ਅਸੀਂ 2 ਸਾਲ ਤੋਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਡੰਡਾ ਫੇਰਿਆ ਹੋਇਆ। ਅਸੀਂ ਮੇਰਾ ਖਿਆਲ ਹੈ ਡੇਲੀ ਦੀ 100 ਦੇ ਘੱਟੋ ਘੱਟ ਇੰਸਪੈਕਸ਼ਨ ਪੰਜਾਬ 'ਚ ਹੁੰਦੀ ਹੈ। ਸਾਡੀਆਂ ਟੀਮਾਂ, ਉਹ 22 ਟੀਮਾਂ ਨੇ 22 ਜ਼ਿਲ੍ਹਿਆਂ 'ਚ, ਉਹ ਲਗਾਤਾਰ ਸ਼ਾਮ ਤੱਕ ਰਿਪੋਰਟ ਕਰਦੀਆਂ ਨੇ ਕਿ ਕਿੱਥੇ ਕਿੱਥੇ ਗਏ, ਕਿੱਥੇ ਕਿੱਥੇ ਚੈੱਕ ਕੀਤਾ। ਪੰਜਾਬ ਦੇ ਵਿੱਚ ਦੁੱਧ ਦੀ ਅਡਲਟ੍ਰੇਸ਼ਨ ਨੂੰ ਅਸੀਂ ਬਿਲਕੁਲ ਹੀ ਲਗਭਗ 100% ਕਾਬੂ ਕਰ ਲਿਆ। ਜਿੱਥੇ ਵੀ ਅਸੀਂ, ਸਾਡੇ ਪੰਜਾਬ ਦੇ ਡੇਅਰੀ ਫਾਰਮ ਐਸੋਸੀਏਸ਼ਨ ਹੈ, 10-12 ਹਜ਼ਾਰ ਮੈਂਬਰਸ ਨੇ, ਅਸੀਂ ਉਹਨਾਂ ਨੂੰ, ਕਿਸਾਨਾਂ ਨੂੰ ਨਾਲ ਲਿਆ ਕਿ ਤੁਹਾਡਾ ਨੁਕਸਾਨ ਹੁੰਦਾ ਹੈ, ਤੁਸੀਂ ਸਾਨੂੰ ਦੱਸੋ ਕਿੱਥੇ ਕੋਈ ਦੁੱਧ ਦੀ ਅਡਲਟ੍ਰੇਸ਼ਨ ਹੁੰਦੀ ਹੈ। ਉਹ ਜਿੱਥੇ ਜਿੱਥੇ ਵੀ ਸੀ ਅਸੀਂ ਬਹੁਤ ਵੱਡੇ ਲੈਵਲ ਤੇ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਕੀਤੇ, ਉਹਨਾਂ ਨੂੰ ਅੰਦਰ ਵੀ ਦਿੱਤਾ, ਬਹੁਤ ਕੁਝ ਕਰਕੇ ਦੁੱਧ ਦੀ, ਦਹੀਂ ਦੀ, ਪਨੀਰ ਦੀ, ਇਹ ਖਾਣ ਪੀਣ ਵਾਲੀਆਂ ਅਡਲਟ੍ਰੇਸ਼ਨ ਨੂੰ ਅਸੀਂ ਦੂਰ ਕੀਤਾ। ਇੱਕ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੱਕ ਘਿਓ ਚੱਲਦਾ ਸੀ, ਉਹਨੂੰ, ਉਹ ਘਿਓ ਤਾਂ ਨਹੀਂ ਸੀਗਾ ਪਰ ਘਿਓ ਦੇ ਨਾਂ ਤੇ ਵੇਚਿਆ ਜਾਂਦਾ ਸੀ। ਉਹਨੂੰ ਜਦੋਂ ਨੇੜੇ ਤੋਂ ਦੇਖਦੇ ਸੀ ਤਾਂ ਉਹਨੂੰ ਕੁਕਿੰਗ ਮੀਡੀਅਮ ਕਹਿ ਦਿੰਦੇ ਸੀ। ਉਹ ਬੇਸਿਕਲੀ ਪਾਮ ਆਇਲ ਸੀ ਤੇ ਪਾਮ ਆਇਲ ਦੇਸੀ ਘੀ ਕਹਿ ਕੇ ਵੇਚਿਆ ਜਾਂਦਾ ਸੀ। ਉਹ ਅਸੀਂ ਪੰਜਾਬ ਦੇ ਵਿੱਚ ਇੱਕ ਹੁਕਮ ਪਾਸ ਕਰਕੇ, ਹਾਲਾਂਕਿ ਸਾਰੇ ਹਿੰਦੁਸਤਾਨ ਚੱਲਦਾ ਹੈ, ਪਰ ਅਸੀਂ ਹੁਕਮ ਪਾਸ ਕਰਕੇ ਪੰਜਾਬ ਦੇ ਵਿੱਚ ਉਹਦਾ ਪ੍ਰਚਲਨ ਜਿਹੜਾ ਬਿਲਕੁਲ ਬੰਦ ਕਰ ਦਿੱਤਾ। ਤੇ ਜਿਹਦੇ ਕਰਕੇ ਜਿਹੜੇ ਗਰੀਬ ਲੋਕਾਂ ਨੂੰ, ਕਿਉਂਕਿ ਵੱਡੀ ਸਾਰੀ ਮੱਝ ਦੀ ਜਾਂ ਗਾਂ ਦੀ ਫੋਟੋ ਬਣਾ ਦਿੰਦੇ ਸੀ, ਛੋਟਾ ਜਿਹਾ ਉੱਤੇ ਹੇਠਾਂ ਕੁਕਿੰਗ ਮੀਡੀਅਮ ਲਿਖਦੇ ਸੀ, ਉੱਤੇ ਦੇਸੀ ਘਿਓ ਲਿਖ ਦਿੰਦੇ ਸੀ। ਸੋ ਉਹ ਸਾਰਾ ਬੰਦ ਕੀਤਾ। ਉਸ ਤਰ੍ਹਾਂ ਦੇ ਨਾਲ ਜਿੰਨੇ ਵੀ ਹੋਰ ਕੋਈ ਮਾਲ ਪ੍ਰੈਕਟਿਸਿਸ ਸੀਗੀਆਂ ਸਾਡੇ ਸਿਸਟਮ ਦੇ ਵਿੱਚ, ਉਹ ਸਾਰੀਆਂ ਖਤਮ ਕੀਤੀਆਂ। ਅਸੀਂ ਆਪਣੇ ਜਿਹੜੇ ਹਲਵਾਈ ਨੇ, ਉਹ ਹਲਵਾਈਆਂ ਦੀ ਰਜਿਸਟ੍ਰੇਸ਼ਨ ਕੀਤੀ ਤੇ ਹਲਵਾਈਆਂ ਨੂੰ ਸਾਰਿਆਂ ਨੂੰ ਇੱਕ ਦਿਨ ਦੀ ਟ੍ਰੇਨਿੰਗ ਕਰਵਾਈ ਕਿ ਕਿਸ ਤਰੀਕੇ ਨਾਲ ਅਸੀਂ ਸਾਫ਼ ਸਫਾਈ ਨਾਲ ਆਪਣਾ ਕੰਮ ਕਰਨਾ ਹੈ, ਕੁਆਲਿਟੀ ਦਾ ਮਾਲ ਵੇਚਣਾ ਹੈ, ਤੇ ਪਬਲਿਕ ਦੇ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ। ਸੋ ਉਹਦੇ ਨਾਲ ਦੀ ਨਾਲ ਅਸੀਂ 25 ਫੂਡ ਸੇਫਟੀ ਅਫਸਰ, ਸਾਡੇ ਕੋਲ ਪਹਿਲਾਂ 25 ਸੀਗੇ, ਅਸੀਂ 25 ਹੋਰ ਭਰਤੀ ਕੀਤੇ ਜਿਹੜੇ ਕਿ ਅਗਲੇ ਹਫਤੇ ਜੁਆਇਨ ਕਰ ਰਹੇ ਨੇ। ਸੋ ਉਹਦੇ ਨਾਲ ਸਾਡਾ ਡੇਅਰੀ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ, ਉਹਨੂੰ ਸ਼ਾਮਲ ਕੀਤਾ। ਅਸੀਂ ਮੋਬਾਈਲ ਬੈਨਸ ਪੰਜਾਬ ਦੇ ਵਿੱਚ 7 ਲੈ ਕੇ ਆਂਦੀਆਂ, ਜਿਹੜੇ ਕਿ ਲਗਾਤਾਰ ਪੰਜਾਬ ਦੇ ਵਿੱਚ ਤੁਰੀਆਂ ਫਿਰਦੀਆਂ ਨੇ, ਤੇ ਕਿਸੇ ਵੀ ਦੁਕਾਨ ਦੇ ਅੱਗੇ ਖੜ ਕੇ ਉਹਦੇ ਸਾਰੇ ਫੂਡ ਦੀ ਜਾਂ ਹੋਰ ਦੀ ਸਾਰੀ ਕੁਆਲਿਟੀ ਚੈੱਕ ਕਰਕੇ ਨਾਲ ਦੀ ਨਾਲ ਉਹਨੂੰ ਰਿਜ਼ਲਟ ਦੇ ਦਿੰਦੀਆਂ ਨੇ। ਸੋ ਇਹਨਾਂ ਤਰੀਕਿਆਂ ਨਾਲ ਫੂਡ ਦੇ ਵਿੱਚ, ਖਾਸ ਕਰਕੇ ਖਾਣ ਪੀਣ ਵਾਲੀਆਂ ਵਸਤੂਆਂ ਜਿਹੜੀਆਂ ਨੇ, ਉਹਨਾਂ ਨੂੰ ਅਸੀਂ ਚੈਕਿੰਗ ਕਰ ਰਹੇ ਹਾਂ ਤੇ ਉਹਨਾਂ ਨੂੰ ਠੀਕ ਕਰ ਰਹੇ ਹਾਂ। ਜੀ ਜੀ ਸਰ, ਸਾਡੇ ਨਾਲ ਸਰੋਤੇ ਹਾਲਾਂਕਿ ਬਹੁਤ ਜ਼ਿਆਦਾ ਜੁੜੇ ਨੇ ਤੇ ਬਹੁਤ ਜ਼ਿਆਦਾ ਕਮੈਂਟਸ ਤੇ ਕੁਐਸਚਨ ਆ ਰਹੇ, ਪਰ ਜਿਵੇਂ ਟਾਈਮ ਲੰਘਦਾ ਜਾ ਰਿਹਾ, ਮੈਂ ਤੁਹਾਡੇ ਕੋਲ ਇੱਕੋ ਹੀ ਸਵਾਲ ਪੁੱਛਾਂਗਾ ਜਿਹੜਾ ਮੈਨੂੰ ਲੱਗਿਆ ਅਮਨ ਵੜੈਚ ਜੀ ਨੇ ਸਾਨੂੰ ਪੁੱਛਦੇ ਨੇ ਕਿ ਜਿੱਦਾਂ ਸਿੱਕਿਮ ਦੇ ਵਿੱਚ ਆਰਗੈਨਿਕ ਖੇਤੀ ਬੜੀ ਪ੍ਰਚਲਿਤ ਕੀਤੀ ਗਈ ਹੈ, ਜਿਹਦੇ ਨਾਲ ਪੈਸਟੀਸਾਈਡ ਤੇ ਇਨਸੈਕਟੀਸਾਈਡ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ। ਕੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਜਾਂ ਸਿੱਕਿਮ ਨੂੰ ਲੈ ਕੇ ਕੋਈ ਆਪਣਾ ਰੈਪਲੀਕੇਟ ਕਰਨ ਬਾਰੇ ਕੋਈ ਪਲਾਨ ਚੱਲਦਾ? ਦੇਖੋ ਜੀ, ਇਸ ਤਰ੍ਹਾਂ ਕਿ ਸਿੱਕਮ ਹੋਇਆ ਜਾਂ ਨਾਰਥ ਈਸਟ ਦੇ ਸਟੇਟਸ ਨੇ ਸਾਡੇ, ਜਾਂ ਕੁਝ ਮੱਧ ਪ੍ਰਦੇਸ਼ ਦੀ ਗੱਲ ਵੀ ਕਈ ਵਾਰੀ ਕਰਦੇ ਨੇ, ਰਾਜਸਥਾਨ ਦੀ ਵੀ ਕਰਦੇ ਨੇ, ਉਹ ਸਟੇਟਾਂ ਨੇ ਜਿੱਥੇ ਪਹਿਲਾਂ ਹੀ ਆਰਗੈਨਿਕ ਖੇਤੀ ਚੱਲਦੀ ਸੀ, ਕਿਉਂਕਿ ਉੱਥੇ ਜਿਹੜੀ ਇੰਪਰੂਵਡ ਖੇਤੀਬਾੜੀ ਹੈ, ਜਿਹੜੀ ਹਾਈ ਯੀਲਡਿੰਗ ਖੇਤੀਬਾੜੀ ਹੈ, ਉਹ ਉੱਥੇ ਲਾਗੂ ਹੀ ਨਹੀਂ ਸੀ ਹੋਈ ਅਜੇ। ਸੋ ਪੰਜਾਬ ਦੇ ਵਿੱਚ 60 ਦੇ ਵਿੱਚ, ਕਿਉਂਕਿ ਹਿੰਦੁਸਤਾਨ ਦੇ ਵਿੱਚ ਅਸੀਂ ਭੁੱਖਮਰੀ ਦਾ ਸ਼ਿਕਾਰ ਹੋ ਗਏ ਸੀ, ਸਾਡੇ ਕੋਲ ਅਸੀਂ PL 480 ਸਕੀਮ ਦੇ ਤਹਿਤ ਬਾਹਰਲੇ ਮੁਲਕਾਂ ਤੋਂ ਅਨਾਜ ਲੈ ਕੇ ਆਉਂਦੇ ਸੀ, ਤੇ ਉਹ ਅਨਾਜ ਬੜੀਆਂ ਤਕੜੀਆਂ ਕੰਡੀਸ਼ਨ ਨਾਲ ਆਉਂਦਾ ਸੀ। ਤੇ ਫਿਰ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਵਿੱਚ, ਕਿਉਂਕਿ ਪਾਣੀ ਤੇ ਮਿੱਟੀ ਜ਼ਰਖੇਜ਼ ਹੈ, ਤੇ ਇੱਥੇ ਬਹੁਤ ਵੱਡੇ ਲੈਵਲ ਤੇ ਐਗਰੀਕਲਚਰ ਪ੍ਰੋਡਕਸ਼ਨ ਕੀਤੀ ਜਾਵੇ। ਉਹ ਐਗਰੀਕਲਚਰ ਪ੍ਰੋਡਕਸ਼ਨ ਕੀਤੀ ਤੇ 40-50 ਸਾਲਾਂ ਦੇ ਵਿੱਚ ਆਪਾਂ ਅੱਜ ਐਕਸਪੋਰਟ ਕਰਨ ਦੀ ਪੋਜੀਸ਼ਨ 'ਚ ਆ ਗਏ ਹਾਂ। ਸਾਡੇ ਕੋਲ ਅਨਾਜ ਦੇ ਭੰਡਾਰ ਭਰੇ ਪਏ ਨੇ, ਉਹ ਸਾਰਾ ਕੁਝ ਹੋ ਗਿਆ। ਹੁਣ ਜੇ ਪਿੱਛੇ ਜਾਣਾ ਹੈ ਤਾਂ ਇਹ ਇੱਕ ਬੜਾ ਵੱਡਾ ਇੱਕ ਡਿਸੀਜਨ ਲੈਣ ਵਾਲਾ ਹੈ, ਪਰ ਅਸੀਂ ਤੰਦਰੁਸਤ ਮਿਸ਼ਨ ਦੇ ਤਹਿਤ ਪਿਛਲੇ 3 ਸਾਲਾਂ 'ਚ ਡਿਸੀਜਨ ਲੈ ਕੇ ਪੰਜਾਬ ਦੇ ਵਿੱਚ ਇੱਕ ਆਪਣਾ ਵਿੰਗ ਸਥਾਪਿਤ ਕੀਤਾ, ਜਿਹਨੂੰ ਆਰਗੈਨਿਕ ਐਗਰੀਕਲਚਰ ਆਰਗੈਨਿਕ ਫਾਰਮਿੰਗ ਵਿੰਗ ਹੈ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਵਿੱਚ ਸੈਟਅਪ ਕੀਤਾ। ਹੁਣ ਉਸ ਵਿੰਗ ਦੇ ਵਿੱਚ ਸਾਡੇ ਕੋਲ ਲਗਭਗ 15,000 ਏਕੜ ਜ਼ਮੀਨ ਜਿਹੜੀ ਹੈ, ਉਹ 35,000 ਕਿਸਾਨ ਜਿਹਦੇ ਨਾਲ ਜੁੜੇ ਹੋਏ ਨੇ, ਉਹ ਸਰਟੀਫਾਈ ਹੋ ਗਈ ਹੈ ਕਿ ਇਹ ਆਰਗੈਨਿਕ ਹੈ। ਜਿੱਥੇ 3 ਸਾਲ ਲਗਾਤਾਰ ਕੋਈ ਜ਼ਹਿਰ, ਕੋਈ ਫਰਟੀਲਾਈਜ਼ਰ ਨਾ ਪਾਈਏ, ਉਸ ਤੋਂ ਬਾਅਦ ਹੁੰਦੀ ਹੈ। ਇਹ ਜਿਹੜੀ ਇੰਟਰਨੈਸ਼ਨਲ ਬੋਡੀ ਹੈ, SGS ਸਰਟੀਫਿਕੇਸ਼ਨ ਏਜੰਸੀ ਹੈ, ਉਹ ਤੋਂ ਅਸੀਂ ਸਰਟੀਫਿਕੇਸ਼ਨ ਕਰਾ ਕੇ ਉਹ ਅਸੀਂ ਆਰਗੈਨਿਕ ਸਮਾਨ ਪੰਜਾਬ 'ਚ ਪੈਦਾ ਕਰ ਰਹੇ ਹਾਂ।
ਸਾਡਾ ਟੀਚਾ ਇਹ ਹੈ ਕਿ ਹਿੰਦੁਸਤਾਨ ਪੰਜਾਬ ਦੀ 1% ਧਰਤੀ ਸਰਟੀਫਾਈਡ ਆਰਗੈਨਿਕ ਦੇ ਵਿੱਚ ਅਸੀਂ ਅਗਲੇ ਸਾਲ ਮਤਲਬ ਅੱਜ ਤੋਂ 1.5 ਸਾਲ ਤੱਕ 31 ਮਾਰਚ 2021 ਤੱਕ ਅਸੀਂ ਉਹਨੂੰ 2022 ਤੱਕ ਅਸੀਂ ਉਹਨੂੰ ਸਾਰੀ ਨੂੰ 1 ਲੱਖ ਏਕੜ ਤੱਕ ਅਸੀਂ ਆਰਗੈਨਿਕ ਫਾਰਮਿੰਗ ਚ ਲੈ ਆਵਾਂਗੇ। ਤੇ ਆਰਗੈਨਿਕ ਫਾਰਮਿੰਗ ਦੇ ਵਿੱਚ ਆਉਣ ਨਾਲ ਜਿਹੜਾ ਪੰਜਾਬ ਦੇ ਉੱਤੇ ਇੱਕ ਠੱਪਾ ਲੱਗਿਆ ਹੋਇਆ ਕਿ ਸਾਰੀ ਦੀ ਸਾਰੀ ਜਿਹੜੀ ਖੇਤੀਬਾੜੀ ਪੰਜਾਬ ਦੀ ਤਾਂ ਬਹੁਤ ਜ਼ਹਿਰਾਂ ਵਾਲੀ ਹੈ, ਅਸੀਂ ਦੱਸਣ ਦੀ ਪੋਜੀਸ਼ਨ ਚ ਆ ਜਾਵਾਂਗੇ ਕਿ ਸਾਡੀ ਖੇਤੀਬਾੜੀ ਜਿਹੜੀ ਹੈ ਉਹ ਟੋਟਲ ਜਿਹੜੀ ਹੈ ਇੰਨੀ ਆਰਗੈਨਿਕ ਹੈ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਇਸ ਨੂੰ ਜਿਹੜੀ ਆਰਗੈਨਿਕ ਫਾਰਮਿੰਗ ਅਸੀਂ ਕਰ ਰਹੇ ਹਾਂ ਇਸ ਨੂੰ ਬਲੌਕਚੇਨ ਟੈਕਨੋਲੋਜੀ ਨਾਲ ਅਸੀਂ ਲਿੰਕ ਕਰ ਰਹੇ ਹਾਂ ਤਾਂ ਕਿ ਹਰ ਇੱਕ ਖੇਤ ਆਇਡੈਂਟੀਫਾਈ ਹੋ ਜਾਵੇ ਕਿ ਇਹ ਜਿਹੜੀ ਕਣਕ ਹੈ ਜਾਂ ਇਹ ਜਿਹੜੀ ਮੂੰਗੀ ਹੈ ਜਾਂ ਕੋਈ ਫਸਲ ਹੈ ਇਹ ਕਿਹੜੇ ਖੇਤ ਚੋਂ ਆਈ ਹੈ, ਉਹ ਕਿੰਨੀ ਕੁ ਆਰਗੈਨਿਕ ਹੈ। ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜੇ ਆਲੂ ਪੈਦਾ ਹੁੰਦੇ ਨੇ, ਆਲੂਆਂ ਦਾ ਸੀਡ, ਉਹ ਦੁਨੀਆ ਦੇ ਵਿੱਚ ਬੈਸਟ ਸੀਡ ਆਲੂਆਂ ਦਾ ਪੰਜਾਬ 'ਚ ਪੈਦਾ ਹੁੰਦਾ ਹੈ, ਖਾਸ ਕਰਕੇ ਦੁਆਬੇ ਏਰੀਏ 'ਚ ਜਿਹੜਾ ਸਾਡਾ ਸਤਲੁਜ ਤੇ ਬਿਆਸ ਦਰਿਆਵਾਂ ਦੇ ਸੈਂਟਰ ਦਾ ਏਰੀਆ ਹੈ ਜਾਂ ਦਰਿਆਵਾਂ ਦੇ ਨਾਲ ਲੱਗਦਾ ਏਰੀਆ ਹੈ, ਉੱਥੇ ਬੈਸਟ ਸੀਡ ਦੁਨੀਆ ਦਾ ਪੈਦਾ ਹੁੰਦਾ ਹੈ। ਉੱਥੇ ਜਿਹੜੀ ਵਾਇਰਸਿਸ ਨੇ ਦੁਨੀਆ 'ਚ ਪੈਦਾ ਹੁੰਦੀਆਂ ਉਹ ਨਹੀਂ ਹੁੰਦੀਆਂ, ਪਰ ਸਾਡਾ ਪੰਜਾਬ ਦਾ ਸੀਡ ਕਹਿ ਕੇ ਸਾਰਾ ਹਿੰਦੁਸਤਾਨ, ਹਰਿਆਣਾ ਵੀ, ਯੂਪੀ ਵੀ, ਐਮਪੀ ਵੀ ਪੰਜਾਬ ਦਾ ਸੀਡ ਕਹਿ ਕੇ ਸਾਰੇ ਪਾਸੇ ਵੇਚੀ ਜਾਂਦਾ ਸੀ। ਉਹਨੂੰ ਅਸੀਂ ਕਾਬੂ ਕਰਨ ਵਾਸਤੇ ਐਤਕੀ ਪੰਜਾਬ ਦੇ ਵਿੱਚ ਬਲੌਕਚੇਨ ਟੈਕਨੋਲੋਜੀ ਇੰਟਰੋਡਿਊਸ ਕਰ ਦਿੱਤੀ ਤਾਂ ਕਿ ਇਕੱਲੇ ਖੇਤ ਨੂੰ ਅਸੀਂ ਲਿੰਕ ਕਰਕੇ ਉਹਦਾ ਉਸ ਬੋਰੀ ਦੇ ਉੱਤੇ ਲੱਗਿਆ ਹੋਏਗਾ ਕਿ ਕਿਹੜੇ ਖੇਤ ਚੋਂ ਪੈਦਾ ਹੋਇਆ, ਇਹਨੂੰ ਕਿਹੜੀ ਦਵਾਈਆਂ, ਕਿਹੜੀਆਂ ਖਾਦਾਂ ਪਾਈਆਂ ਗਈਆਂ ਨੇ, ਤੇ ਉਹਦੇ ਨਾਲ ਸਾਡੇ ਇਹ ਵੀਰ ਨੇ ਜਿਹੜੇ ਉਹਨਾਂ ਦੀ ਵੀ ਤਰੱਕੀ ਹੋਏਗੀ। ਤੇ ਯੂਰਪ ਦੇ ਵਿੱਚ ਜਿਹੜਾ ਸਾਡਾ ਕਿਸੇ ਜ਼ਮਾਨੇ ਦੇ ਵਿੱਚ ਪੋਟੈਟੋ ਸੀਡ ਜਾਂਦਾ ਸੀ, ਹਾਂਜੀ, ਉਹ 1945 ਚ ਰਵਨੀਤ ਜੀ ਜਾਣਾ ਬੰਦ ਹੋ ਗਿਆ ਸੀ ਜਦੋਂ ਬੰਗਾਲ ਫੈਮਨ ਪਿਆ। ਉਦੋਂ ਬੰਗਾਲ ਦੇ ਵਿੱਚ ਜਿਹੜਾ ਆਲੂਆਂ ਦੀ ਫਸਲ ਸੀ ਉਹ ਖਰਾਬ ਹੋ ਗਈ ਸੀ, ਉਹਨੂੰ ਵਾਇਰਸ ਪੈ ਗਿਆ ਸੀ, ਉਸ ਕਰਕੇ ਯੂਰਪ ਨੇ ਸਾਡਾ ਲੈਣਾ ਬੰਦ ਕਰ ਦਿੱਤਾ। ਅਸੀਂ 5-6 ਸਾਲ ਤੋਂ ਲਗਾਤਾਰ ਯੂਰਪ ਯੂਨੀਅਨ ਦੇ ਪਿੱਛੇ ਪਏ ਸੀ ਕਿ ਉਹ ਬੰਗਾਲ ਵਾਲਾ ਸੀਗਾ ਪੰਜਾਬ ਵਾਲਾ, ਉਹਨਾਂ ਦੀ ਟੀਮਾਂ ਸਾਡੇ ਵਿਜ਼ਿਟ ਕਰ ਗਈਆਂ ਤੇ ਹੁਣ ਉਹ ਸਾਡਾ ਆਲੂ ਜਿਹੜਾ ਹੈ ਉਹ ਇੰਨੀ ਵਧੀਆ ਕੁਆਲਿਟੀ ਦਾ ਸਾਡਾ ਬਣ ਗਿਆ ਕਿ ਅੱਗੇ ਵੀ ਬਾਹਰ ਵੀ ਜਾਏਗਾ। ਸੋ ਇਸ ਤਰੀਕੇ ਨਾਲ ਜਿਹੜੀ ਸਾਡੀ ਖੇਤੀਬਾੜੀ ਹੈ ਉਹਦੇ 'ਚ ਜਿਹੜਾ ਪ੍ਰਚਲਨ ਹੈ ਫਰਟੀਲਾਈਜ਼ਰ ਦਾ ਜਾਂ ਹੋਰਾਂ ਦਾ, ਉਹ ਵਿਦਨ ਲਿਮਿਟ ਲਿਆਣ ਕੇ ਉਹ ਬਹੁਤ ਵਧੀਆ ਕੁਆਲਿਟੀ ਦਾ ਅਸੀਂ ਪੈਦਾ ਕਰਾਂਗੇ। ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇਸ ਪ੍ਰਸ਼ਨ ਦਾ ਬਹੁਤ ਵਿਸਥਾਰ ਨਾਲ ਉੱਤਰ ਦਿੱਤਾ ਤੇ ਮੈਂ ਕੋਈ ਵੀ ਦੇਰੀ ਨਾ ਲਾਉਂਦਾ, ਮੈਂ ਅਗਲਾ ਜਿਹੜਾ ਮੇਨ ਸਵਾਲ ਹੈਗਾ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਸਾਰੀ ਦੁਨੀਆ ਵਿੱਚ ਪਲਾਸਟਿਕ ਤੇ ਜਿਹੜੀ ਵੇਸਟ ਮੈਨੇਜਮੈਂਟ ਹੈ ਉਹ ਬਹੁਤ ਵੱਡਾ ਇੱਕ ਚੈਲੰਜ ਹੈ, ਤੇ ਪੰਜਾਬ ਗਵਰਨਮੈਂਟ ਕੰਜ਼ਿਊਮਰਿਜ਼ਮ ਨੂੰ ਠੱਪਣ ਵਾਸਤੇ ਜਾਂ ਕਹਿ ਲਈਏ ਵੇਸਟ ਮੈਨੇਜਮੈਂਟ ਵਾਸਤੇ ਹੋਰ ਕੀ ਚੀਜ਼ਾਂ ਜਿਹੜੇ ਇਹ ਪਲੈਨਿੰਗ ਦੇ ਵਿੱਚ ਕਰ ਰਹੀ ਹੈ ਤਾਂ ਕਿ ਇਹ ਘਟਾਇਆ ਜਾ ਸਕੇ ਇਸ ਚੈਲੰਜ ਨੂੰ? ਦੇਖੋ, ਪਲਾਸਟਿਕ ਦੀ ਜਿਹੜੀ ਮੈਨੇਜਮੈਂਟ ਹੈ ਉਹ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਏਰੀਆ ਹੈ। ਇਸ ਏਰੀਆ ਦੇ ਵਿੱਚ ਬੜਾ ਕੁਝ ਕਰਨ ਵਾਲਾ ਹੈ, ਦੁਨੀਆ ਨੇ ਬਹੁਤ ਕੁਝ ਕੀਤਾ ਹੈ, ਅਸੀਂ ਵੀ ਬੜਾ ਕੁਝ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਰ ਰਹੇ ਹਾਂ ਕਿ ਜਿਹੜੀ ਪਲਾਸਟਿਕ ਹੈਗੀ ਹੈ, ਖਾਸ ਕਰਕੇ ਇਸ ਪਲਾਸਟਿਕ ਦੇ ਵਿੱਚ ਜੇ ਤੁਸੀਂ ਦੇਖੋਗੇ ਇਹਦੀ ਇੱਕ ਡਾਇਨਾਮਿਕਸ ਅੰਡਰਸਟੈਂਡ ਕਰਨ ਵਾਲੀ ਹੈ ਕਿ ਜਿਹੜੀ ਪਲਾਸਟਿਕ ਸਾਨੂੰ ਆਸੇ-ਪਾਸੇ ਨਜ਼ਰ ਆਉਂਦੀ ਹੈ ਕਿਹੜੀ ਪਲਾਸਟਿਕ ਹੈ। ਇੱਕ ਤਾਂ ਉਹ ਪਲਾਸਟਿਕ ਹੈ ਜਿਹੜੇ ਬਰੀਕ ਲਿਫਾਫੇ ਨੇ, ਜਿਹੜੇ 20 mm ਤੋਂ ਘੱਟ ਵਾਲੇ ਲਿਫਾਫੇ ਹੈ ਉਹ ਨੇ। ਦੂਸਰਾ ਜਿਹੜੀ ਹੈਗੀ ਹੈ ਮਲਟੀ ਲੇਅਰ ਪਲਾਸਟਿਕ ਹੈ, ਕੁਰਕੁਰੇ ਫਲਾਣਾ ਟਿਕੜਾ, ਉਹ ਜਿਹੜੀ ਕਲਰਡ ਜਿਹੀ ਹੁੰਦੀ ਹੈ ਉਹ ਹੈ। ਇਹ ਦੋ ਚੀਜ਼ਾਂ ਨੇ। ਇਹ ਅਸੀਂ ਲਗਾਤਾਰ ਇੱਕ ਮੀਟਿੰਗ ਬੁਲਾਈ ਅਸੀਂ ਜਿਹਦੇ ਸਾਰੇ ਰੈਗ ਪਿਕਰਸ ਨੇ, ਜਿਹੜੇ ਸਾਡੇ ਰੈਗ ਪਿਕਰਸ ਨੂੰ ਬੁਲਾਇਆ ਕਿ ਵੀ ਤੁਸੀਂ ਸਾਰੀ ਪਲਾਸਟਿਕ ਚੱਕਦੇ ਹੋ, ਪਲਾਸਟਿਕ ਚੱਕ ਕੇ ਰੀਸਾਈਕਲਿੰਗ ਦੇ ਵਿੱਚ ਜਾਂਦੀ ਹੈ, ਕਿਹੜੀ ਨਹੀਂ ਚੱਕਦੇ। ਉਹਨਾਂ ਨੇ ਸਾਨੂੰ ਦੋਨੇ ਦਿਖਾਈਆਂ ਕਿ ਜੀ ਇਹ ਦੋ ਨਹੀਂ ਚੱਕਦੇ ਅਸੀਂ, ਕਿਉਂਕਿ ਇਹਨਾਂ ਨੂੰ ਚੱਕਣ ਦੇ ਵਿੱਚ ਸਾਨੂੰ ਪ੍ਰੋਫਿਟੇਬਿਲਿਟੀ ਨਹੀਂ ਹੁੰਦੀ। ਸੋ ਅਸੀਂ ਫਿਰ ਇਹਨਾਂ ਦੀ ਇੱਕ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਿਟੀ ਦੇ ਵਿੱਚ ਇਹ ਜਿਹੜੀਆਂ ਕੰਪਨੀਆਂ, ਚਾਹੇ ਉਹ ਕੋਕ ਵਾਲੀਆਂ ਨੇ, ਚਾਹੇ ਉਹ ਨੈਸਲੇ ਹੈ, ਚਾਹੇ ਹੋਰ ਨੇ, ਜਿੰਨੀਆਂ ਵੀ ਇਸ ਤਰ੍ਹਾਂ ਸਮਾਨ ਬਣਾਉਂਦੀਆਂ ਨੇ, ਉਹਨਾਂ ਨੂੰ ਬੁਲਾ ਕੇ ਕਿਹਾ ਕਿ ਆਪਾਂ ਇਹਨਾਂ ਤੋਂ ਜਿਹੜੇ ਰੈਕ ਪਿਕਰਸ ਨੇ ਇਹਨਾਂ ਤੋਂ ਹਾਇਰ ਕੀਮਤ ਦੇ ਉੱਤੇ ਚੁਕਵਾ ਕੇ ਇਹ ਮਟੀਰੀਅਲ ਲਿਆ ਜਾਵੇ। ਉਹ ਅਸੀਂ ਲੈ ਕੇ ਉਹਨਾਂ ਨੂੰ ਅਸੀਂ ਸੜਕਾਂ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕੀਤਾ, ਉਹਨਾਂ ਦੇ ਵਿੱਚ ਅਸੀਂ ਪਾਇਰੋ ਆਇਲ ਬਣਾਉਣਾ ਸ਼ੁਰੂ ਕੀਤਾ। ਉਹ ਮੈਨੂੰ ਆਸ ਹੈ ਕਿ ਇਹ ਸਾਡਾ ਸਿਸਟਮ ਜਦੋਂ ਹੌਲੀ-ਹੌਲੀ ਚੱਲੇਗਾ ਤਾਂ ਅਸੀਂ ਪੰਜਾਬ ਦੇ ਵਿੱਚ ਇਹ ਪਲਾਸਟਿਕ ਵੀ ਹੈ, ਬਾਕੀ ਪਲਾਸਟਿਕ ਨੂੰ ਤਾਂ ਰੈਕ ਪਿਕਰ ਚੁੱਕ ਲੈਂਦੇ ਨੇ, ਚੁੱਕ ਕੇ ਉਹ ਇੱਕ ਸਿਸਟਮ ਦੇ ਵਿੱਚ ਆ ਜਾਂਦੀ ਹੈ, ਇਹ ਪਲਾਸਟਿਕ ਦੇ ਸਿਸਟਮ 'ਚ ਨਹੀਂ ਆਉਂਦੀ। ਅਸੀਂ ਆਉਣ ਵਾਲੇ ਸਾਲ 1.5 ਸਾਲ ਦੇ ਵਿੱਚ ਇਸ ਨੂੰ ਵੀ ਪਲਾਸਟਿਕ ਨੂੰ ਸਿਸਟਮ ਵਿੱਚ ਲੈ ਕੇ ਆਵਾਂਗੇ। ਦੂਜਾ, ਪੰਜਾਬ ਦੇ ਵਿੱਚ ਅਸੀਂ ਪਲਾਸਟਿਕ ਦੇ ਲਿਫਾਫੇ ਜਿਹੜੇ ਨੇ ਉਹ ਹਿੰਦੁਸਤਾਨ ਲੈਵਲ ਦੇ ਉੱਤੇ ਤਾਂ ਜਿਹੜੇ 50 ਮਾਈਕਰੋਨ ਤੋਂ ਵੱਧਦੇ ਨੇ, ਘੱਟਦੇ ਨੇ, ਉਹੀ ਬੰਦ ਨੇ। ਤੇ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਬਣਾ ਕੇ ਸਾਰੇ ਦੇ ਸਾਰੇ ਜਿਹੜੇ ਕੈਰੀ ਬੈਗਸ ਨੇ ਉਹ ਬੰਦ ਕੀਤੇ ਹੋਏ ਨੇ। ਪਰ ਇਹ ਗੱਲ ਦਰੁਸਤ ਹੈ ਕਿ ਉਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਕਈ ਵਾਰੀ ਮੁਸੀਬਤਾਂ
ਪ੍ਰੋਬਲਮ ਜ਼ਰੂਰ ਆਉਂਦੀਆਂ ਨੇ ਕਿ ਹਰ ਇੱਕ ਬਿਲਕੁਲ ਜੀ। ਅੱਜ ਕੱਲ੍ਹ ਇਹ ਚਾਹੁੰਦਾ ਹੈ ਕਿ ਮੈਨੂੰ ਲਿਫਾਫੇ 'ਚ ਪਾਈ ਹੋਈ ਚੀਜ਼ ਮਿਲੇ। ਤਾਂ ਅਸੀਂ ਲੋਕਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਪਣੇ ਹਾਂਜੀ ਘਰੋਂ ਲੈ ਕੇ ਜਾਓ। ਤੁਸੀਂ ਇੱਕੋ ਸਿੱਖ ਵੱਲੋਂ ਵੀ ਇਸ ਗੱਲ ਨੂੰ ਬਹੁਤ ਪ੍ਰਮੋਟ ਕਰ ਰਹੇ ਹੋ, ਹੋਰ ਵੀ NGOs ਬਹੁਤ ਪ੍ਰਮੋਟ ਕਰ ਰਹੀਆਂ ਨੇ। ਸੋ ਉਹ ਪਲਾਸਟਿਕ ਅਜੇ ਸਾਡੇ ਸਾਹਮਣੇ ਇੱਕ ਚੈਲੰਜ ਦੇ ਰੂਪ ਦੇ ਵਿੱਚ ਹੈ, ਦੁਨੀਆ ਦੇ ਸਾਹਮਣੇ ਇੱਕ ਚੈਲੰਜ ਦੇ ਰੂਪ ਦੇ ਵਿੱਚ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਤਰੀਕੇ ਨਾਲ ਅਸੀਂ ਲੱਗੇ ਹੋਏ ਹਾਂ, ਇਹਦੇ 'ਚ ਕੋਈ ਬਿਜਲੀ ਬਣਾਉਣ ਦਾ ਕੋਈ ਪ੍ਰੋਜੈਕਟ ਚੱਲ ਰਿਹਾ, ਕੋਈ ਗੱਲਬਾਤ ਚੱਲ ਰਹੀ ਹੈ, ਇਹਦੀ ਸੋਲਿਡ ਵੇਸਟ ਮੈਨੇਜਮੈਂਟ ਦੇ ਉੱਤੇ ਕੁਛ ਨਾ ਕੁਛ ਕੰਮ ਚੱਲ ਰਹੇ ਨੇ, ਤੇ ਬੜੇ ਥੋੜੇ ਸਮੇਂ 'ਚ ਇਹਦਾ ਕੋਈ ਨਾ ਕੋਈ ਹੱਲ, ਚੰਗਾ ਹੱਲ ਜ਼ਰੂਰ ਨਿਕਲ ਆਏਗਾ। ਜੀ ਜੀ ਸਰ, ਤੁਸੀਂ ਬੜਾ ਚੰਗਾ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਇਨੋਵੇਸ਼ਨ ਵੱਲ ਵੱਧ ਰਹੀ ਹੈ, ਉੱਥੇ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਆਪਣੀ ਰਿਸਪੌਂਸਿਬਿਲਿਟੀ ਸਮਝੇ। ਨਹੀਂ ਤਾਂ ਇਹ ਕੰਮ ਸਿਰੇ ਚੜ੍ਹ ਹੀ ਨਹੀਂ ਸਕਦੇ ਜਦ ਤੱਕ ਲੋਕ ਆਪਣੇ ਲਿਫਾਫਿਆਂ ਦੀ ਆਦਤਾਂ 'ਚ ਹੋਰ ਭੈੜੀਆਂ ਆਦਤਾਂ, ਕੰਜ਼ਿਊਮਰਿਜ਼ਮ ਵਧਾਉਣ ਵਾਲੀਆਂ ਗੱਲਾਂ, ਇਹ ਲੋਕ ਨਹੀਂ ਪਿੱਛੇ ਹਟਣਗੇ ਤੇ ਸਰਕਾਰ ਇਕੱਲੀ ਕੁਛ ਨਹੀਂ ਕਰ ਸਕਦੀ। ਦੈਟਸ ਵੈਰੀ ਵੈਲਿਡ ਜੀ। ਤੇ ਹੁਣ ਇੱਕ ਬੜਾ ਅਹਿਮ ਕੁਐਸਚਨ ਹੈ ਜੀ, ਜਿਹੜਾ ਆਪਾਂ ਫੋਰੈਸਟ ਦੇ ਬਾਰੇ ਗੱਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੇ ਸਮੇਂ 'ਚ ਚਿੜੀਆਂ ਹੁੰਦੀਆਂ, ਸਾਡੀਆਂ ਰੱਖਾਂ ਹੁੰਦੀਆਂ ਸੀ, ਬੀੜਾਂ ਹੁੰਦੀਆਂ ਸੀ, ਉਹ ਸਾਰੀਆਂ ਚੀਜ਼ਾਂ ਤੇ ਸਾਡੀਆਂ ਨੈਚੁਰਲ ਫੋਰੈਸਟ ਦਾ ਜਿੰਨਾ ਵੀ ਕਵਰ ਹੈ ਉਹ 6% ਜਾਂ 6.12% ਕਿਹਾ ਜਾਂਦਾ ਹੈ। ਤੇ ਅੱਜ ਦੀ ਡੇਟ ਵਿੱਚ ਜਿੰਨੀਆਂ ਬਾਹਰਲੀਆਂ ਏਜੰਸੀਜ਼ ਨੇ, ਆਰਗੇਨਾਈਜੇਸ਼ਨਸ ਨੇ, ਚਾਹੇ ਉਹ WHO ਹੈ ਜਾਂ ਯੂਨਾਈਟਿਡ ਨੇਸ਼ਨਸ ਹੈ, ਚਾਹੇ UNDP ਹੈ ਜਾਂ IUCN ਹੈ, ਉਹ ਸਾਰੇ ਦੇ ਸਾਰੇ ਪਲੱਸ ਜਿਹੜੀ ਸਾਡੀ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਐਂਡ ਕਲਾਈਮੇਟ ਚੇਂਜ ਹੈ, ਇਹ ਸਾਰੀਆਂ ਬਾਇਓਡਾਇਵਰਸਿਟੀ ਦੇ ਉੱਤੇ ਐਮਫੈਸਿਸ ਪਾ ਰਹੀਆਂ ਤੇ ਸਾਰੇ ਰਾਜਾਂ ਤੋਂ ਤੇ ਈਵਨ ਸਾਰੀ ਸਰਕਾਰਾਂ ਤੋਂ ਇਹ ਮੰਗ ਕਰੇ ਕਿ ਆਪਣੇ ਇਲਾਕੇ ਦੇ ਵਿੱਚ ਫਲੋਰਾ ਤੇ ਫੌਨਾ ਦੀ ਜਿਹੜੀ ਹੈ ਬਾਇਓਡਾਇਵਰਸਿਟੀ ਵਧਾਈ ਜਾਵੇ, ਤਾਂ ਕਿ ਇਹ ਜਿਹੇ ਪੈਂਡੈਮਿਕਸ ਵੀ ਨੇ ਜਿਹੜੇ, ਇਹਨਾਂ ਨੂੰ ਵੀ ਅੱਜ ਰਿਲੇਟ ਕੀਤਾ ਜਾ ਰਿਹਾ, ਤਾਂ ਸਾਡੇ ਆਲੇ ਦੁਆਲੇ ਹਵਾ ਦਾ ਵੀ ਥੋੜਾ ਜਿਹਾ ਪ੍ਰਭਾਵ, ਥੋੜਾ ਚੰਗੀ ਹਵਾ ਬਣੇ, ਪਾਣੀ 'ਚ ਵੀ ਸਾਡੇ ਦਰਿਆਵਾਂ ਤੇ ਨਦੀਆਂ 'ਚ ਬਰਸਾਤ ਦਾ ਰਾਹੀਂ ਵਾਧਾ ਹੋਵੇ। ਸੋ ਸਰ, ਜਿਹੜਾ ਇਹ ਅਰਬਨ ਤੇ ਰੂਰਲ ਦੇ ਵਿੱਚ ਜਿਹੜੀ ਬਾਇਓਡਾਇਵਰਸਿਟੀ ਦੀ ਜਿਹੜੀ ਘਾਟ ਆ ਰਹੀ ਹੈ, ਸੋ ਪੰਜਾਬ ਸਰਕਾਰ ਵੱਲੋਂ ਇਹਦੇ ਲਈ ਕੀ ਕਦਮ ਚੁੱਕੇ ਜਾ ਰਹੇ ਨੇ? ਦੇਖੋ, ਮੈਂ ਇਹ ਤਸਲੀਮ ਕਰਾਂਗਾ ਕਿ ਸਾਡੀ ਜਿਹੜੀ ਪਾਲਿਸੀ ਸੀ ਪਲਾਂਟੇਸ਼ਨ ਦੀ, ਹਾਂਜੀ ਉਹ ਬੜੇ ਲੰਬੇ ਸਮੇਂ ਤੋਂ ਜਿਹੜੀ ਸਾਡੀ ਪਾਲਿਸੀ ਚੱਲਦੀ ਸੀ, ਕਿਉਂਕਿ ਪੰਜਾਬ ਦੇ ਵਿੱਚ ਦੋ ਤਿੰਨ ਚੀਜ਼ਾਂ ਦੀ ਇੱਕ ਖਾਸੀਅਤ ਹੈ ਕਿ ਇੱਕ ਤਾਂ ਟੈਂਪਰੇਚਰ ਦੀ ਸਾਡੇ 47 ਡਿਗਰੀ ਸੈਂਟੀਗ੍ਰੇਡ ਤੱਕ ਵੀ ਚਲਾ ਜਾਂਦਾ ਤੇ 3-4 ਤੱਕ ਵੀ ਚਲਾ ਜਾਂਦਾ। ਸੋ ਜੀ ਇਹ ਜਿਹੜੀ ਵੇਰੀਏਸ਼ਨ ਟੈਂਪਰੇਚਰ ਦੀ ਹੈ, ਇਹ ਫਿਰ ਪਲਾਂਟੇਸ਼ਨ ਵਾਸਤੇ ਬਹੁਤ ਮਾਰੂ ਸਿੱਧ ਹੁੰਦੀ ਹੈ। ਦੂਜਾ, ਸਾਡੇ ਬਾਇਓਟਿਕ ਇੰਟਰਫੇਰੈਂਸ ਬਹੁਤ ਹੈ, ਪਸ਼ੂ ਜਿਹੜੇ ਹੈਗੇ ਨੇ, ਅਵਾਰਾ ਪਸ਼ੂ ਖਾਸ ਕਰਕੇ, ਉਹ ਬਹੁਤ ਨੇ। ਤੀਜਾ, ਅੱਗਾਂ ਲੱਗਣ ਵਾਲਾ ਸਿਲਸਿਲਾ, ਜਿਹੜਾ ਖੇਤਾਂ ਨੂੰ ਅੱਗਾਂ ਲੱਗਦੀਆਂ ਨੇ ਜਦੋਂ, ਉਦੋਂ ਇਹ ਸਾਰਾ। ਚੌਥਾ ਜਿਹੜਾ ਹੈਗਾ, ਆਉਣ ਦੀ ਇੱਕ ਟੈਂਡੈਂਸੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚ ਹੀ, ਪਿਛਲੇ 50-60 ਸਾਲਾਂ ਦੇ ਵਿੱਚ ਹੀ ਵੱਡੇ ਜੰਗਲ ਵੱਢ ਕੇ ਉਹਨਾਂ ਨੂੰ ਖੇਤਾਂ ਦੇ ਥੱਲੇ ਲੈ ਆਂਦਾ, ਤੇ ਹੁਣ ਜਦੋਂ ਪਿੱਛੇ ਮੁੜਨ ਦਾ ਸਮਾਂ ਆਇਆ ਤਾਂ ਫਿਰ ਅਸੀਂ ਦੇਖਿਆ ਕਿ ਸਾਡੇ ਕੋਲ ਤਾਂ ਜੰਗਲ ਹੀ ਨਹੀਂ ਬਚਿਆ। ਹਾਂਜੀ ਉਹਦੇ ਵਿੱਚ ਹਰੇਕ ਸਾਲ ਸਾਡਾ ਫੋਰੈਸਟ ਡਿਪਾਰਟਮੈਂਟ ਜਿਹੜਾ ਹੈ 1 ਕਰੋੜ ਦੇ ਕਰੀਬ ਬੂਟੇ ਲਾਉਂਦਾ ਹੈ। ਨਰੇਗਾ ਦੀ ਲੇਬਰ ਪਿੰਡਾਂ ਦੇ ਵਿੱਚ ਬੂਟੇ ਲਾਉਂਦੀ ਹੈ, ਪਰ ਮੈਨੂੰ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਕਿ ਉਹਨਾਂ ਬੂਟਿਆਂ ਦੀ ਸਰਵਾਈਵਲ ਹਮੇਸ਼ਾ ਕੁਐਸਚਨ ਦੇ ਵਿੱਚ ਰਹਿੰਦੀ ਹੈ ਕਿ ਕਿੰਨੇ ਕੁ ਬੂਟੇ ਉਹਦੇ ਸਰਵਾਈਵ ਕਰਦੇ ਨੇ। ਤਾਂ ਲੋਕਾਂ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਕਾਫੀ ਅਵੇਅਰਨੈਸ ਆਈ ਹੈ ਕਿ ਬੂਟੇ ਲਾਉਣ ਦੇ ਵਿੱਚ, ਖਾਸ ਕਰਕੇ ਮੈਂ ਇਕੋਸਿੱਖ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਕਿ ਇਹਨਾਂ ਨੇ ਜਿਹੜਾ ਮੀਆਂ ਵਾਕੀ ਦਾ ਕਨਸੈਪਟ ਪੰਜਾਬ ਦੇ ਵਿੱਚ ਨਾਨਕ ਬਗੀਚੀ ਦੇ ਨਾਂ ਤੇ ਲੈ ਕੇ ਆਂਦਾ, ਉਹ ਬਹੁਤ ਹੀ ਸ਼ਲਾਘਾਪੂਰਨ ਪ੍ਰੋਜੈਕਟ ਹੈ। ਹੁਣ ਤਾਂ ਪਹਿਲੇ ਸਾਲ ਤਾਂ 2-3 ਲੱਗੇ ਸੀ, ਅਸੀਂ ਵੀ ਜਾ ਕੇ ਦੇਖਦੇ ਸੀ, ਸਾਨੂੰ ਵੀ, ਸਾਰੇ ਐਕਸਪਰਟਸ ਨੂੰ ਵੀ ਇਹ ਸੀਗਾ ਕਿ ਇਹ ਚੱਲੇਗਾ ਕਿ ਨਹੀਂ ਚੱਲੇਗਾ, ਪਰ ਤੁਸੀਂ ਜਿਸ ਤਰੀਕੇ ਨਾਲ ਸਾਨੂੰ ਸ਼ੋਅ ਕਰ ਦਿੱਤਾ ਕਿ ਬਹੁਤ ਵਧੀਆ ਚੱਲਦਾ ਹੈ ਤੇ ਇਹਦੇ ਨਾਲ ਬਾਇਓਡਾਇਵਰਸਿਟੀ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ, ਤੇ ਪਲਾਂਟਸ ਨੇ ਜਿਹੜੇ ਉਹ ਸਾਰੇ ਇੱਕ ਦੂਜੇ ਦੇ ਸਿੰਬਿਓਟਿਕ ਰਿਲੇਸ਼ਨ ਦੇ ਵਿੱਚ ਰਹਿ ਕੇ ਤੇ ਬਹੁਤ ਵਧੀਆ ਗਰੋਥ ਕਰਦੇ ਨੇ। ਮੈਨੂੰ ਲੱਗਦਾ ਕਿ ਇਹ ਸਾਡੀ ਸਮੱਸਿਆ ਦਾ ਹੱਲ ਹੈ। ਇੱਕ ਅਸੀਂ ਇਸ ਵਾਰੀ ਜਿਹੜਾ ਹੁਣ ਸੀਜ਼ਨ ਆ ਰਿਹਾ ਹੈ, ਜੁਲਾਈ ਤੋਂ ਚੱਲਣਾ ਹੈ, ਉਹ ਖੇਤੀਬਾੜੀ ਮਹਿਕਮੇ 'ਚ, এনवायरमेंट ਡਾਇਰੈਕਟੋਰੇਟ ਦੇ ਵਿੱਚ, ਫੋਰੈਸਟ ਡਿਪਾਰਟਮੈਂਟ ਦੇ ਵਿੱਚ, ਸਾਰਿਆਂ ਮਹਿਕਮਿਆਂ ਦੇ ਵਿੱਚ ਇਸ ਚੀਜ਼ ਨੂੰ ਵੱਡੇ ਲੈਵਲ ਤੇ ਲਾਗੂ ਕਰਾਂਗੇ ਤਾਂ ਕਿ ਸਾਡੀ ਬਾਇਓਡਾਇਵਰਸਿਟੀ ਵੀ ਠੀਕ ਰਹਿ ਸਕੇ ਤੇ ਪਾਣੀ ਵਾਲਾ ਜਿਹੜਾ ਹੈ ਉਹ ਠੀਕ ਰਹਿ ਸਕੇ, ਤੇ ਸਭ ਤੋਂ ਵੱਡੀ ਗੱਲ ਕਿ ਸਰਵਾਈਵਲ ਜਿਹੜੀ ਹੈ ਇਹਨਾਂ ਬੂਟਿਆਂ ਦੀ, ਉਹ ਕੰਪਲੀਟ ਰਹਿ ਸਕੇ। ਜਿੱਥੇ ਵੀ ਤੁਸੀਂ ਲਗਾਏ ਨੇ ਇਹ ਜੰਗਲ, ਬਾਬਾ ਨਾਨਕ ਬਗੀਚੀਆਂ, ਉੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਹੋਏ ਨੇ। ਤੋਂ ਲੋਕਾਂ ਦੀ ਬਾਬਾ ਨਾਨਕ ਨਾਲ ਭਾਵਨਾ ਵੀ ਹੈ, ਕਿਉਂਕਿ ਆਪਾਂ 550 ਸਾਲਾ ਬਾਬਾ ਨਾਨਕ ਦੇ ਜਨਮ ਦਿਨ ਦਾ ਮਨਾ ਰਹੇ ਹਾਂ, ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਤਾਂ ਇਹਦੇ ਨਾਲ ਮੈਨੂੰ ਲੱਗਦਾ ਲੋਕਾਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਦੁਬਾਰਾ ਰੀਜਨਰੇਟ ਕਰ ਪਾਵਾਂਗੇ। ਮੈਨੂੰ ਲੱਗਦਾ, ਮੈਨੂੰ ਆਸ ਹੈ ਕਿ ਲੋਕਾਂ ਦੀ, ਖਾਸ ਕਰਕੇ ਨੌਜਵਾਨਾਂ ਦੇ ਵਿੱਚ, ਖਾਸ ਕਰਕੇ ਕੋਵਿਡ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਭਾਵਨਾ ਫਿਰ ਜਾਗੀ ਹੈ ਕਿ ਨਹੀਂ, ਵਾਪਸ ਚੱਲੀਏ, ਇੱਕ ਵਾਰੀ ਪੌਜ਼ ਲਾਈਏ, ਇੱਕ ਵਾਰੀ ਬਟਨ ਦੱਬੀਏ। ਜਿਹੜੀ ਉਹ ਸਪੀਡ ਵਾਲਾ ਬਟਨ ਚੱਲ ਰਿਹਾ ਸੀ 50 ਕਿਲੋਮੀਟਰ ਤੋਂ 100 ਕਿਲੋਮੀਟਰ, ਫਿਰ 200 ਕਿਲੋਮੀਟਰ, ਪਤਾ ਨਹੀਂ ਕਿੱਥੇ ਜਾ ਕੇ ਖੜਨਾ ਸੀ, ਉਹ ਰੋਕ ਲੱਗੀ ਹੈ।
ਹੁਣ ਮੈਨੂੰ ਲੱਗਦਾ ਕਿ ਆਪਾਂ ਬਾਇਓਡਾਇਵਰਸਿਟੀ ਦੇ ਵਿੱਚ ਵੀ ਅੱਜ ਕੱਲ੍ਹ ਦੇਖੋ, ਖੇਤਾਂ ਦੇ ਵਿੱਚ ਦੇਖ ਲਓ, ਬਾਗਾਂ ਦੇ ਵਿੱਚ ਦੇਖ ਲਓ, ਕਿੰਨੇ ਕਿਸਮ ਦੇ ਪੰਛੀ, ਕਿੰਨੀ ਕਿਸਮ ਦੀਆਂ ਚਿੜੀਆਂ, ਉਹ ਘੁੱਗੀਆਂ ਗਟਾਰਾਂ ਜਿਹੜੀਆਂ ਬਿਲਕੁਲ ਹੀ ਖਤਮ ਹੋ ਗਈਆਂ ਸੀ, ਉਹ ਦੁਬਾਰਾ ਆਈਆਂ ਨੇ, ਦਿਖਣੀਆਂ ਹਾਂਜੀ ਸ਼ੁਰੂ ਹੋਈਆਂ ਨੇ। ਸੋ ਇਹ ਇੱਕ ਨੇਚਰ ਦਾ ਆਪਣੇ ਆਪ ਨੂੰ ਰਿਵਾਈਵ ਕਰਨ ਦਾ, ਲੋਕਾਂ ਨੂੰ ਦੱਸਣ ਦਾ ਇੱਕ ਸਿਸਟਮ ਹੈ। ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਆਪਾਂ ਇਹ 'ਚ ਕਾਫੀ ਕੁਝ ਕਰ ਪਾਵਾਂਗੇ। ਸਰ, ਇਹਦੇ ਲਈ ਤੁਸੀਂ ਆ ਬੜਾ ਚੰਗਾ ਦੱਸਿਆ ਕਿ ਜਿਵੇਂ ਇੱਕ ਬੜਾ ਵੱਡਾ ਹੱਲ ਗੁਰੂ ਨਾਨਕ ਬਗੀਚੀਆਂ ਜਿਹੜੀਆਂ ਬਣ ਰਹੀਆਂ, ਇਹ ਬਹੁਤ ਵੱਡੇ ਪੱਧਰ ਤੇ ਇਹ ਹੱਲ ਸਿੱਧ ਹੋ ਸਕਦਾ। ਇਹਨੂੰ ਪੰਜਾਬ ਵਿੱਚ ਹੋਰ ਜੇ ਅਸੀਂ ਫੈਲਾਣਾ ਹੋਵੇ, ਜਾਣੇ ਕਿ ਕਿਉਂਕਿ ਅਸੀਂ ਹੁਣ ਪਿਛਲੇ 1 ਸਾਲ ਤੱਕ ਜਿਵੇਂ ਤੁਸੀਂ ਕਿਹਾ ਵੀ 145 ਸਿਰਫ ਬਣਾ ਸਕੇ ਆ, ਪਰ ਇਹਨੂੰ ਜੇ ਆਪਾਂ ਹੋਰ ਵਾਈਡ ਸਪਰੈਡ ਕਰਨਾ ਹੋਵੇ, ਇਹਦੇ ਲਈ ਅਸੀਂ ਕੀ ਕੀਤਾ ਜਾ ਸਕਦਾ? ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਇਹਦੇ ਤੇ ਇੱਕ ਤਾਂ ਇਹ ਹੈ ਕਿ ਅਵੇਅਰਨੈਸ ਪਬਲਿਕ ਦੇ ਵਿੱਚ ਤੁਹਾਡੇ ਤੋਂ ਪਹਿਲਾਂ 4-5 ਤੋਂ 145 ਤੇ ਪਹੁੰਚੇ ਆਪਾਂ, ਉਹ ਹਾਂਜੀ 145 ਦੇ ਤੋਂ ਇਹ 11,045 ਤੇ ਪਹੁੰਚਣਾ ਬਹੁਤ ਔਖਾ ਨਹੀਂ ਹੈ, ਕਿਉਂਕਿ ਜੀ ਹੁਣ ਸਰ। ਲੋਕਾਂ ਨੇ ਦੇਖ ਲਿਆ ਤੇ ਦੇਖਣ ਤੋਂ ਬਾਅਦ ਭਾਵਨਾਵਾਂ ਡਿਵੈਲਪ ਹੋਈਆਂ ਨੇ। ਤੇ ਅਸੀਂ ਆਪਣੇ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਵੀ ਉਹਨਾਂ ਨੂੰ ਕਹਾਂਗੇ ਕਿ ਉਹ ਇਹ ਨਾਨਕ ਬਗੀਚਿਆਂ ਵਾਲੇ ਪਾਸੇ ਆਉਣ। ਤੇ ਅਸੀਂ ਆਪਣੇ ਪੋਲਿਊਸ਼ਨ ਕੰਟਰੋਲ ਬੋਰਡ, ਅਸੀਂ ਆਪਣੇ ਜਿਹੜੇ ਸਾਡਾ ਸਿਸਟਮ ਹੈ ਇਹਦੇ ਵਿੱਚ ਡਾਇਰੈਕਟੋਰੇਟ ਆਫ এনवायरमेंट ਹੈ, ਇਹਦੇ ਵਿੱਚ ਅਸੀਂ ਇਸ ਗੱਲ ਦੇ ਉੱਤੇ ਐਮਫੈਸਾਈਜ਼ ਕਰਾਂਗੇ ਹੁਣ ਸਰਕਾਰ ਵੱਲੋਂ, ਕਿਉਂਕਿ ਹੁਣ ਤੱਕ ਹਾਂਜੀ ਸਰਕਾਰ ਵੱਲੋਂ ਹੋਇਆ, ਹੁਣ ਤੱਕ ਇੰਡੀਵਿਜੂਅਲ ਐਫਰਟ ਸੀਗੀਆਂ ਇਹ ਦੇਖਣ ਦੀਆਂ। ਅਸੀਂ ਵੀ ਦੇਖ ਰਹੇ ਸੀ, ਸਾਡੇ ਐਕਸਪਰਟ ਵੀ ਦੇਖ ਰਹੇ ਸੀ ਵੀ ਕਾਮਯਾਬ ਵੀ ਹੁੰਦਾ ਕਿ ਨਹੀਂ ਹੁੰਦਾ। ਅਸੀਂ ਆਪਣੇ ਦਫ਼ਤਰ ਦੇ ਵਿੱਚ, ਡਾਇਰੈਕਟਰ ਐਗਰੀਕਲਚਰ ਦੇ ਦਫ਼ਤਰ ਦੇ ਵਿੱਚ ਦੇ ਸਾਹਮਣੇ ਇਹ ਬਗੀਚੀ ਲਾ ਕੇ ਦੇਖੀ ਹੈ, ਜਿਹੜੀ ਕਿ ਬਹੁਤ ਵਧੀਆ ਤਰੀਕੇ ਨਾਲ ਚੱਲੀ ਹੈ। ਤੇ ਹਾਂਜੀ ਲੋਕਾਂ ਦੇ ਵਿੱਚ ਵੀ ਉਹਦੀ ਉੱਥੇ ਸਾਰੇ ਅਫਸਰਾਂ ਨੂੰ ਦਿਖਾ ਕੇ ਇੱਕ ਇੱਕ ਕੰਸਰਨ ਜਿਹੜਾ ਸਾਡਾ ਐਗਰੀਕਲਚਰ ਇੰਸਪੈਕਟਰ ਹੈ, ਜਿਹਨੂੰ ਅਸੀਂ ਏਡੀਓ ਕਹਿੰਦੇ ਹਾਂ, ਐਗਰੀਕਲਚਰ ਡਿਵੈਲਪਮੈਂਟ ਅਫਸਰ ਫੀਲਡ ਲੈਵਲ ਤੇ ਹੈਗੇ ਨੇ, ਉਹ ਆਪਣੇ ਆਪਣੇ ਇੱਕ ਇੱਕ ਕਿਸਾਨ ਦੇ, ਦੋ ਦੋ ਕਿਸਾਨਾਂ ਦੇ ਵੀ ਲਵਾਉਣ, ਤੇ ਉਸ ਤੋਂ ਬਾਅਦ ਇਹ ਆਪਣੇ ਆਪ 'ਚ ਇੱਕ ਮੂਵਮੈਂਟ ਦੇ ਤੌਰ ਤੇ ਚੱਲੇਗਾ। ਤੇ ਮੈਨੂੰ ਆਸ ਹੈ ਕਿ ਇਹ ਇੱਕ ਬਹੁਤ ਵਧੀਆ ਡਿਵੈਲਪਮੈਂਟ ਜਿਹੜੀ ਹੋਈ ਹੈ, ਖਾਸ ਕਰਕੇ ਪੰਜਾਬ ਵਾਸਤੇ, ਜਿੱਥੇ ਪਾਣੀ ਅਬੰਡੈਂਟਲੀ ਅਵੇਲੇਬਲ ਹੈ, ਜਿੱਥੇ ਧਰਤੀ ਬਹੁਤ ਜ਼ਿਆਦਾ ਉਪਜਾਊ ਹੈ। ਸੋ ਉੱਥੇ ਇਹ ਜਿਹੜਾ ਨਾਨਕ ਬਗੀਚੀ ਦਾ ਕਨਸੈਪਟ ਹੈ, ਉਹ ਬਹੁਤ ਵਧੀਆ ਤਰੀਕੇ ਨਾਲ ਸਾਹਮਣੇ ਆਇਆ। ਜੀ ਬਿਲਕੁਲ, ਥੈਂਕ ਯੂ ਸਰ। ਤੇ ਮੈਂ, ਕਿਉਂਕਿ ਸਮਾਂ ਜਿਵੇਂ ਤੁਸੀਂ ਦਿੱਤਾ ਸੀਗਾ, ਤੁਹਾਡੇ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ, ਤੇ ਸਮਾਂ ਜਿਵੇਂ ਤੁਸੀਂ ਕਿਹਾ ਸੀ ਉਹ ਹੋ ਚੁੱਕਾ ਹੈ ਆਲਮੋਸਟ। ਤੇ ਅੰਤ ਵਿੱਚ, ਕਿਉਂਕਿ ਹੁਣ ਸਾਡੇ ਕੋਲ ਸਵਾਲ ਨਹੀਂ, ਸਿਰਫ ਤੁਹਾਡੇ ਲਈ ਕੰਪਲੀਮੈਂਟਸ ਹੀ ਕੰਪਲੀਮੈਂਟਸ ਨੇ ਕਿ ਤੁਹਾਡੀ ਇਮਾਨਦਾਰੀ ਤੇ, ਤੁਹਾਡੇ ਪੈਸ਼ਨ ਤੇ, ਤੁਹਾਡੇ ਹਾਰਡ ਵਰਕ ਤੇ, ਯੂ ਆਰ ਦ ਬੈਸਟ ਆਈਏਐਸ ਆਫੀਸਰ ਆਫ ਪੰਜਾਬ। ਤੇ ਇਹ ਵੀ ਲਿਖਿਆ ਗਿਆ ਕਿ ਤੁਸੀਂ ਜਿਹੜੇ ਵੀ ਮਹਿਕਮੇ 'ਚ ਤੁਸੀਂ ਚੇਅਰ ਕੀਤਾ, ਉਸ ਮਹਿਕਮੇ ਦਾ ਬਹੁਤ ਸੁਧਾਰ ਹੋਇਆ, ਤੇ ਬਹੁਤ ਲੋਕਾਂ ਨੇ ਬਹੁਤ ਸਾਰੀ ਤਾਰੀਫ ਕੀਤੀ ਸਰ। ਤੇ ਮੈਂ ਚਾਹੁੰਦਾ ਕਿ ਅੰਤ ਵਿੱਚ ਤੁਸੀਂ ਕੋਈ ਐਸਾ ਮੈਸੇਜ ਦਿਓ ਆਡੀਅנס ਨੂੰ ਕਿ ਲੋਕ ਆਪਣਾ ਜਿਹੜਾ ਨਾ ਸਾਰਾ ਇਤਬਾਰ ਕੁਦਰਤ ਪ੍ਰਤੀ ਲੈ ਕੇ ਅੱਗੇ ਆ ਜਾਣ, ਤਾਂ ਕਿ ਕੁਦਰਤ ਦੀ ਸੰਭਾਲ, ਅੱਜ ਵਰਲਡ এনवायरमेंट ਡੇ ਤੇ ਕੋਈ ਐਸਾ ਮੈਸੇਜ ਤੁਸੀਂ ਦਿਓ ਜੀ। ਦੇਖੋ, ਗੱਲ ਇਹ ਹੈ ਜੀ ਕਿ ਇਨਸਾਨ ਸਦੀਆਂ ਸਦੀਆਂ ਤੋਂ ਕੁਦਰਤ ਨਾਲ ਲੜਦਾ ਹੀ ਆਇਆ ਹੈ, ਪਰ ਇੱਕ ਗੱਲ ਕੁਦਰਤ ਬਾਰ-ਬਾਰ ਸਾਨੂੰ ਦੱਸ ਰਹੀ ਹੈ, ਆ ਜਿਹੜੇ ਹੁਣ ਨਿਸਰਗ ਕਿਤੇ ਆ ਗਿਆ, ਕਿਤੇ ਕੋਈ ਹੋਰ ਤੂਫਾਨ ਆ ਗਿਆ, ਕਿਤੇ ਕੋਵਿਡ ਆ ਗਈ, ਕਿਤੇ ਭੁਚਾਲ ਆ ਗਏ, ਕਿਤੇ ਕੁਛ ਚੱਲ ਰਿਹਾ, ਨੇਚਰ ਸਾਨੂੰ ਦੱਸ ਰਹੀ ਹੈ ਕਿ ਸੰਭਲੋ। ਜੇ ਨਾ ਸੰਭਲੇ ਤਾਂ ਨੇਚਰ ਕੋਲੇ ਸੰਭਾਲਣ ਦੇ ਆਪਣੇ ਬਹੁਤ ਤਰੀਕੇ ਨੇ। ਸੋ ਇਸ ਹਾਂਜੀ ਤੋਂ ਪਹਿਲਾਂ ਕਿ ਨੇਚਰ ਆਪਣੇ ਆਪ ਨੂੰ ਸੰਭਾਲਣ ਵਾਸਤੇ ਇਨਸਾਨ ਦਾ ਬਹੁਤ ਵੱਡਾ ਕੋਈ ਬਲੀ ਲਵੇ, ਇਨਸਾਨ ਦਾ ਬਹੁਤ ਵੱਡਾ ਨੁਕਸਾਨ ਕਰੇ, ਅਸੀਂ ਆਪਣੇ ਆਪ ਹੀ ਨੇਚਰ ਨੂੰ ਜਿਹੜਾ ਸਮਰਪਿਤ ਹੋ ਜਾਈਏ। ਦੇਖੋ, ਸਾਡੀ ਸਾਰੀ ਦੀ ਸਾਰੀ ਗੁਰਬਾਣੀ ਜਿਹੜੀ ਹੈ, ਉਹ ਨੇਚਰ ਦੀ ਸ਼ੋਹਰਤ ਦੇ ਵਿੱਚ, ਨੇਚਰ ਦੀ ਉਪਮਾ ਦੇ ਵਿੱਚ ਕੀਤੀ ਹੋਈ ਵੱਡੀ ਕਵਿਤਾ ਹੈ। ਸੋ ਗੁਰੂ ਬਿਲਕੁਲ ਨਾਨਕ ਸਾਹਿਬ ਨੇ, ਜਾਂ ਜਿੰਨੇ ਬਾਕੀ ਗੁਰੂ ਸਾਹਿਬਾਨ ਨੇ ਜਿੰਨੀ ਗੁਰਬਾਣੀ ਲਿਖੀ ਹੈ, ਉਹ ਬੇਸਿਕਲੀ ਕੁਦਰਤ ਦੀ ਸ਼ੋਭਾ ਦੇ ਵਿੱਚ ਗਾਇਆ ਹੋਇਆ ਬਹੁਤ ਲੰਬਾ ਗੀਤ ਹੈ। ਸੋ ਜੇ ਕੁਦਰਤ ਨੂੰ ਸਾਡੇ ਗੁਰੂਆਂ, ਪੀਰਾਂ, ਪੈਗੰਬਰਾਂ ਨੇ ਏਡਾ ਵੱਡਾ ਰੁਤਬਾ ਦਿੱਤਾ ਹੈ, ਤਾਂ ਉਹ ਸਾਡਾ ਫਰਜ਼ ਬਣਦਾ ਹੈ ਇੰਡੀਵਿਜੂਅਲ ਲੈਵਲ ਤੇ ਵੀ, ਹਰ ਇੱਕ ਬੰਦੇ ਦਾ, ਕਿ ਅਸੀਂ ਕੁਦਰਤ ਦੀ ਸ਼ੋਭਾ ਦੇ ਵਿੱਚ ਜਿੰਨਾ ਕੰਮ ਕਰ ਸਕਦੇ ਹਾਂ ਉਨਾ ਆਪਾਂ ਕੰਮ ਕਰੀਏ। ਜਿੰਨੀ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਤੋਂ ਆਪਣੇ ਆਪ ਨੂੰ ਰੋਕ ਸਕਦੇ ਹਾਂ, ਉਹਨਾਂ ਆਪਾਂ ਨੁਕਸਾਨ ਪਹੁੰਚਾਉਣ ਤੋਂ ਰੋਕੀਏ। ਚਾਹੇ ਉਹ ਪਲਾਸਟਿਕ ਨਾਲ ਸੰਬੰਧਿਤ ਹੋਵੇ, ਚਾਹੇ ਹਵਾ ਨਾਲ ਸੰਬੰਧਿਤ ਹੋਵੇ, ਚਾਹੇ ਪਾਣੀ ਨਾਲ ਹੋਵੇ। ਆਪਾਂ ਸੁੱਖ ਸਬਦ ਲੋਕ ਬੈਠੇ ਹਾਂ, ਹੁਣ ਬਰਸਾਤਾਂ ਆਉਣੀਆਂ ਨੇ, ਜੇ ਆਪਾਂ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰੀਚਾਰਜਿੰਗ ਸਟਰਕਚਰ ਲਾ ਦਈਏ, ਤਾਂ ਕਿੰਨਾ ਹਾਂਜੀ ਪਾਣੀ ਹੈ ਜਿਹੜਾ ਧਰਤੀ ਦੇ ਥੱਲੇ ਜਾ ਸਕਦਾ ਹੈ, ਵੇਸਟ ਹੋਣੋਂ ਬਚ ਸਕਦਾ ਹੈ, ਜਿੱਥੇ ਜਿੱਥੇ ਲੱਗ ਸਕਦਾ। ਮੈਂ ਨਹੀਂ ਕਹਿੰਦਾ ਵੀ ਹਰ ਇੱਕ ਥਾਂ ਤੇ ਲੱਗੇ, ਪਰ ਜਿੱਥੇ ਰੀਸਟਰਕਚਰਿੰਗ ਦੀਆਂ, ਜਿਹੜੇ ਮੈਂ ਇਹ ਗੱਲ ਕਰ ਰਿਹਾ ਕਿ ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੇ ਐਫਰਟਸ ਹੋਣੇ ਨੇ, ਉਹ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਨੇ। ਤੋਂ ਹਰ ਇੱਕ ਲੈਵਲ ਦੇ ਉੱਤੇ ਜਦੋਂ ਇੰਡੀਵਿਜੂਅਲ ਲੈਵਲ ਤੇ ਐਫਰਟ ਹੋਣਗੇ, ਤਾਂ ਫਿਰ ਨੇਚਰ ਵੀ ਸਾਡੇ ਨਾਲ ਸਹਾਈ ਹੋ ਕੇ ਅੱਗੇ ਵਧੇਗੀ, ਤੇ ਫਿਰ ਹੀ ਇਨਸਾਨ ਦੀ ਤਰੱਕੀ ਹੋਏਗੀ। ਫਿਰ ਹੀ, ਜਿਵੇਂ ਗੁਰਬਾਣੀ ਕਹਿੰਦੀ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਤਾਂ ਹੀ ਹੋਵਾਂਗੇ। ਕੁਦਰਤ ਨਾਲ ਆਢਾ ਲਾ ਕੇ ਅੱਜ ਤੱਕ ਇਨਸਾਨ ਨੇ ਕੁਛ ਨਹੀਂ ਖੱਟਿਆ, ਤੇ ਆਉਣ ਵਾਲੇ ਸਮੇਂ 'ਚ ਵੀ ਆਪਾਂ ਕੁਛ ਨਹੀਂ ਖੱਟਣਾ। ਕੁਦਰਤ ਨਾਲ ਚੱਲ ਕੇ, ਕੁਦਰਤ ਨਾਲ ਆੜੀ ਪਾ ਕੇ, ਕੁਦਰਤ ਨਾਲ ਸਾਂਝ ਪਾ ਕੇ ਹੀ ਆਪਾਂ ਤਰੱਕੀ ਕਰ ਸਕਦੇ ਹਾਂ। ਸੋ ਉਹਦੇ ਵਾਸਤੇ ਆਪਾਂ ਸਾਰੇ, ਜਿੰਨੀ ਕੁਛ ਵੀ
ਹਾਸਲ ਹਾਲਾਤਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ, ਉਹ ਸਾਰੇ ਜ਼ਰੂਰ ਕਰੀਏ। ਥੈਂਕ ਯੂ ਸਰ। ਤੇ ਮੈਂ ਕਹਿਣਾ ਚਾਹੁੰਦਾ ਕਿ ਜਿੰਨੀਆਂ ਤੁਸੀਂ ਚੇਅਰਸ ਹੋਲਡ ਕਰਦੇ ਹੋ, ਜਿਨ੍ਹਾਂ ਤੇ ਤੁਸੀਂ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਸੰਭਾਲ ਕਰ ਰਹੇ ਹੋ, ਸਾਰੇ ਰਿਲੇਟਡ ਕੁਐਸਚਨ ਸੀਗੇ। ਬੜੀ ਇੱਕ ਵਰਸਟਾਈਲ ਤੁਹਾਡੇ ਨਾਲ ਗੱਲਬਾਤ ਹੋਈ ਤੇ ਤੁਸੀਂ ਬੜੀ ਚੰਗੀ ਤਰ੍ਹਾਂ ਦੱਸਿਆ ਕਿ ਸਰਕਾਰ ਨੇ ਕਿੰਨੇ ਵੱਡੇ ਤੋਂ ਵੱਡੇ ਕਦਮ ਲਏ ਹੋਏ ਆ। ਤਾਂ ਵੀ ਸਾਡੇ ਪੰਜਾਬੀਆਂ ਦੇ ਵਿੱਚ ਮੈਂ ਕਹਿੰਦਾ ਕਿ ਪਰਸਨਲ ਲੈਵਲ ਤੇ ਜਿਹੜੀ ਹੈ ਉਹ ਉਦਮ ਦੀ ਕਮੀ ਹੁਣ ਨਜ਼ਰ ਆ ਰਹੀ ਹੈ। ਇਹ ਲੋਕ ਤਾਰੀਫ ਕਰਨ ਦੀ ਬਜਾਏ, ਕੋਆਪਰੇਟ ਕਰਨ ਦੀ ਬਜਾਏ ਜੇ ਨਿੰਦਾ ਕਰਨ ਤੇ ਮਾੜੀ ਗੱਲ ਹੈ। ਤੇ ਮੈਂ ਚਾਹੁੰਦਾ ਕਿ ਵਰਲਡ এনवायरमेंट ਡੇ, ਜਿਹੜਾ ਕਿ ਵਿਸ਼ਵ ਵਾਤਾਵਰਣ ਦਿਵਸ ਹੈ ਅੱਜ, ਅਸੀਂ ਸਾਰੇ ਆਪਣੇ ਆਪਣੇ ਲੈਵਲ ਤੇ ਪ੍ਰਣ ਕਰੀਏ। ਜਿੱਥੇ ਸਰਕਾਰ ਨੇ ਇੰਨੇ ਵੱਡੇ ਉਦਮ ਕੀਤੇ, ਸਰਕਾਰ ਦੇ ਨਾਲ ਕੋਆਪਰੇਟ ਕਰੀਏ। ਆਪਣੇ ਘਰੇਲੂ ਲੈਵਲ ਤੇ ਚਾਹੇ ਆਪਾਂ ਘਰੇਲੂ ਬਗੀਚੀਆਂ ਲਗਾਈਏ, ਛੱਤਾਂ ਦੇ ਉੱਤੇ ਆਪਣੇ ਘਰਾਂ ਦੇ ਬਾਹਰ ਬੂਟੇ ਲਗਾਈਏ, ਆਪਣੇ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਬੰਦ ਕਰੀਏ, ਤਾਂ ਕਿ ਜਿਹੜੇ ਅਣਥਕ ਅਫਸਰ ਇਸ ਟਾਈਮ ਸਰਦਾਰ ਕਾਹਨ ਸਿੰਘ ਪੰਨੂ ਜੀ ਵਰਗੇ ਜਿਹੜੇ ਅਫਸਰ ਦਿਨ ਰਾਤ ਮਿਹਨਤ ਕਰਦੇ ਨੇ, ਇਹਨਾਂ ਦੇ ਕੀਤੇ ਹੋਈ ਮਿਹਨਤ ਦੇ ਉੱਤੇ ਫਲ ਜਿਹੜਾ ਉਹ ਤੁਸੀਂ ਲਗਾ ਸਕਦੇ ਹੋ ਰਲ ਮਿਲ ਕੇ। ਇਹ ਇਕੱਲੇ ਸਾਰਾ ਕੁਝ ਨਹੀਂ ਕਰ ਸਕਦੇ। ਸੋ ਪੰਜਾਬ ਦੀ ਜੇ ਨੁਹਾਰ ਤੁਸੀਂ ਬਦਲਣੀ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬੀ ਆਪਣੇ ਆਪ ਨੂੰ ਕਹੀਏ ਤੇ ਮਾਣ ਵੀ ਮਹਿਸੂਸ ਕਰੀਏ, ਤੇ ਫਿਰ ਪੰਜਾਬੀ ਹੋਣ ਨਾਲ ਸਾਡਾ ਕੁਦਰਤ ਦੇ ਨਾਲ ਇੱਕ ਅਨਿੱਖੜਵਾਂ ਜਿਹੜਾ ਰਿਸ਼ਤਾ ਹੈ, ਉਹ ਰਿਸ਼ਤੇ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ। ਤਾਂ ਹੀ ਅਸੀਂ ਸਰ ਦੇ ਜਿਹੜੇ ਐਫਰਟਸ ਨੂੰ ਕੰਪਲੀਮੈਂਟ ਕਰ ਸਕਾਂਗੇ। ਤਾਂ ਹੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸ਼ਬਦ ਅਸੀਂ ਸੁਣਦੇ ਹਾਂ, ਬਲਿਹਾਰੀ ਕੁਦਰਤ ਵਸਿਆ, ਉਹਨੂੰ ਅਸੀਂ ਮੰਨਣ ਦੇ ਹੱਕਦਾਰ ਹਾਂ, ਅਸੀਂ ਉਹਨਾਂ ਦੀਆਂ ਅਸੀਸਾਂ ਦੇ ਹੱਕਦਾਰ ਤਾਂ ਹੀ ਬਣ ਸਕਦੇ ਹਾਂ। ਇਹਨਾਂ ਸ਼ਬਦਾਂ ਨਾਲ ਮੈਂ ਸਰ ਦਾ ਬਹੁਤ ਫਿਰ ਤੋਂ ਧੰਨਵਾਦ ਕਰਦਾ, ਤੇ ਸਾਰੇ ਈਕੋਸਿਕ ਦੇ ਨਾਲ ਜਿਹੜੇ ਫੇਸਬੁੱਕ ਤੇ ਸਰੋਤੇ ਜੁੜੇ ਉਹਨਾਂ ਦਾ ਵੀ ਧੰਨਵਾਦ ਕਰਦਾ। ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਕੋਵਿਡ ਦੇ ਦੌਰਾਨ ਆਪਣਾ ਤੇ ਆਪਣੇ ਪਰਿਵਾਰ ਦਾ ਬਹੁਤ ਧਿਆਨ ਰੱਖੋ, ਬਚ ਕੇ ਰਹੋ, ਜ਼ਰੂਰਤ ਹੋਵੇ ਤਾਂ ਹੀ ਘਰੋਂ ਬਾਹਰ ਜਾਓ। ਤੇ ਸਾਰਿਆਂ ਦਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਸਰ। ਥੈਂਕ ਯੂ।